ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਾਰ ਜੋਰੀ, ਨਮੋ ਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਨ ਸਤਿਗੁਰ ਨੇ ਕਹਿਓ ਵਿਚਾਰ, ਮਮ ਨੈ ਕਛ ਕਰਮਨ ਅਧਿਕਾਰ। ਜਗ ਮਿਰਜਾਦ ਰਖੀ ਜੇ ਚਹੀਐ, ਪ੍ਰੇਤ ਨਾਮ ਮੁਖ ਤੇ ਨਹਿ ਕਹੀਐ। ਜਗ ਮਿਰਜਾਦ ਰਖੀ ਜੇ ਕਹੀ ਚਹੀਐ, ਪ੍ਰੇਤ ਨਾਮ ਮੁਖ ਤੇ ਨਾ ਕਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਮਿਹਰਾਂ ਦੇ ਸਾਈਂ, ਕਰਨਾ ਨਿਧਾਨ ਹਜੂਰ ਮਹਾਰਾਜ ਸੱਚੇ ਪਾਤਸ਼ਾਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ। ਆਪ ਵਡਭਾਗੀ ਜਨਾਂ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰੀ, ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਜੀ, ਲਾਹਾ ਪ੍ਰਾਪਤ ਕੀਤਾ ਹੈ। ਗੁਰ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਪਾਵਨ ਪਵਿੱਤਰ ਜੀਵਨ ਆਪਾਂ ਵਿਚਾਰਦੇ ਪਏ ਹਾਂ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ, ਇਸ ਵਿੱਚ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੁਭਾਇਮਾਨ ਕਰ ਦਿੱਤਾ ਹੈ। ਆਪ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ, ਫਿਰ ਸਾਰੀਆਂ ਸੰਗਤਾਂ ਨੇ ਮੱਥਾ ਟੇਕਿਆ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਭਾਵਾਂ ਬੇਨਤੀ ਕੀਤੀ, ਮਹਾਰਾਜ ਮੈਨੂੰ ਸਿੱਖ ਪਦਵੀ ਬਖਸ਼ੋ। ਆਪ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਇਹ ਗੁਰਤਾ ਗੱਦੀ ਦਾ ਜੋ ਮਾਣ ਹੈ ਉਹਨਾਂ ਨੂੰ ਦਿਓ। ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀਤੇ, ਨਹੀਂ ਇਹ ਵਸਤੂ ਤੁਹਾਨੂੰ ਦੇਣੀ ਹੈ, ਉਹ ਸਮਾਂ ਆ ਗਿਆ, ਇਹ ਤੁਹਾਨੂੰ ਹੀ ਪ੍ਰਾਪਤ ਹੋਵੇਗੀ। ਫਿਰ ਬਾਬਾ ਮੋਹਰੀ ਜੀ ਨੇ ਪੁੱਛਿਆ, ਪਿਤਾ ਸਤਿਗੁਰੂ ਜੀ, ਜਿਹੜਾ ਆਪ ਜੀ ਦਾ ਕਿਰਿਆ ਕਰਮ ਹੈ ਸਰੀਰ ਦਾ, ਸਰੀਰ ਛੱਡਣ ਤੋਂ ਬਾਅਦ ਉਹਦੀ ਬਾਬਤ ਕੀ ਹੁਕਮ ਹੈ? ਮਹਾਰਾਜ ਜੀ ਨੇ ਹੁਕਮ ਕੀਤਾ, ਭਈ ਅਸੀਂ ਕਿਸੇ ਕਰਮ ਦੁਨਿਆਵੀ ਜਿਹੜੇ ਕਰਮ ਨੇ ਉਹਦੇ ਅਧੀਨ ਨਹੀਂ ਹੈਗੇ। ਇਸ ਕਰਕੇ ਸਾਡੇ ਵਾਸਤੇ ਤੁਸੀਂ ਕੋਈ ਉਹ ਕਰਮ ਨਹੀਂ ਕਰਨਾ ਜਿਹੜਾ ਆਮ ਸੰਸਾਰ ਵਿੱਚ ਪ੍ਰਚਲਿਤ ਹੈ। ਫਿਰ ਬਾਬਾ ਮੋਹਰੀ ਜੀ ਨੇ ਪੁੱਛਿਆ, ਜੀ ਅਸੀਂ ਗ੍ਰਸਤੀ ਹਾਂ ਤੇ ਸਾਡੇ ਵਾਸਤੇ ਧਰਮ ਦੀ ਕਾਰ ਕਰਨੀ ਜਾਇਜ਼ ਹੈ?
ਕੀ ਹੁਕਮ ਹੈ? ਅਸੀਂ ਆਪ ਜੀ ਦੇ ਪੁੱਤਰ ਹਾਂ। ਕਿਰਤ ਕੀਤੀ ਬਗੈਰ ਮਾਇਆ ਨਹੀਂ ਆਏਗੀ ਔਰ ਮਾਇਆ ਬਿਨਾਂ ਜੀਵਨ ਨਹੀਂ ਚੱਲੇਗਾ। ਉਹਦੀ ਬਾਬਤ ਵੀ ਸਾਨੂੰ ਤੁਸੀਂ ਕੁਝ ਦੱਸ ਦਿਓ ਕਿ ਕੀ ਕਰਨਾ ਸਾਡੇ ਵਾਸਤੇ ਠੀਕ ਹੈ। ਇੱਥੋਂ ਤੱਕ ਸਾਧ ਸੰਗਤ ਜੀ ਆਪਾਂ ਕੱਲ ਪ੍ਰਸੰਗ ਵਿਚਾਰਿਆ ਸੀ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲਾ ਪ੍ਰੀਤਮ ਜੀ ਦਾ ਪਰਸੋਂ ਨੂੰ ਸਾਧ ਸੰਗਤ ਜੀ ਅਵਤਾਰ ਦਿਹਾੜਾ ਪ੍ਰਕਾਸ਼ ਪੁਰਬ ਹੈ, ਜਿਸ ਦੇ ਸੰਬੰਧ ਵਿੱਚ ਅੱਜ ਇੱਥੇ ਗੁਰੂ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ। ਸਾਰੀਆਂ ਸੰਗਤਾਂ ਸਾਰੇ ਪ੍ਰਬੰਧਕ ਜਨ ਇੱਥੇ ਸੇਵਾ ਕਰਦੇ ਪਏ ਹਨ, ਕਿਉਂਕਿ 8ਵੇਂ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ। ਆਪਾਂ ਸਾਰਿਆਂ ਨੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਹੈ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਇਓ ਸਖੀ ਗ੍ਰਹ ਮੰਦਰ ਬਣਿਆ। ਜਿਹੜੇ ਗੁਰਮੁਖ ਨੇ, ਜਿਹੜੇ ਪਰਉਪਕਾਰੀ ਤੇ ਨੇਕ ਹਿਰਦੇ ਵਾਲੇ ਨੇ, ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਇਹਨਾਂ ਗੁਰਪੁਰਬਾਂ ਨੂੰ ਮਨਾ ਕੇ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ, ਮਹਾਰਾਜ ਦੇ ਪਰਉਪਕਾਰਾਂ ਨੂੰ ਆਪਾਂ ਚੇਤੇ ਕਰਾਂਗੇ। ਜਿਵੇਂ ਸੰਸਾਰਿਕ ਉਮਰ ਸੱਚੇ ਪਾਤਸ਼ਾਹ ਜੀ ਦੀ ਬਿਲਕੁਲ ਛੋਟੀ ਹੈ, ਪਰ ਸਮਰੱਥਾ ਉਹਨਾਂ ਦੀ ਉਨੀ ਹੈ ਜਿੰਨੀ ਗੁਰੂ ਨਾਨਕ ਪਾਤਸ਼ਾਹ ਜੀ ਦੀ। ਜੋ ਕੌਤਕ 8ਵੇਂ ਪਾਤਸ਼ਾਹ ਜੀ ਨੇ ਆਪਣੇ ਇਸ ਦੁਨਿਆਵੀ ਤੌਰ ਤੇ ਉਮਰ ਦੇ ਛੋਟੇ ਪੜਾਅ ਵਿੱਚ ਕੀਤੇ, ਉਹਨਾਂ ਨੂੰ ਆਪਾਂ ਯਾਦ ਕਰਾਂਗੇ ਪਰਸੋਂ, ਕਿਉਂਕਿ ਦਿਨ ਦੇ ਦਿਨ ਭੋਗ ਪੈਣਗੇ। ਪਰਸੋਂ ਸੋਮਵਾਰ 8ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਜੀ, ਤੇ ਸੋਮਵਾਰ ਸਵੇਰੇ 10:30 ਵਜੇ ਪਹਿਲਾਂ ਭੋਗ ਪੈਣਗੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ। ਉਸ ਤੋਂ ਬਾਅਦ ਦੀਵਾਨ ਸੱਜੇਗਾ। ਫਿਰ ਸ਼ਾਮ ਦੇ ਦੀਵਾਨਾਂ ਵਿੱਚ ਵੀ 8ਵੇਂ ਪਾਤਸ਼ਾਹ ਜੀ ਦੇ ਕੁਝ ਕੌਤਕਾਂ ਨੂੰ ਆਪਾਂ ਜ਼ਰੂਰ ਚੇਤੇ ਕਰਾਂਗੇ। ਸਾਰੀਆਂ ਸੰਗਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਭਾਵਨਾ ਨਾਲ ਮਨਾਉਣਾ ਹੈ, ਜਿਵੇਂ ਤਨ ਕਰਕੇ ਮਨ ਕਰਕੇ ਧਨ ਕਰਕੇ ਆਪਾਂ ਮਨਾ ਸਕਦੇ ਹਾਂ। ਆਓ ਜੀ ਸੁਰਤੀ ਬਿਰਤੀ ਲੈ ਕੇ ਚੱਲੀਏ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਜਿੱਥੇ ਬਾਬਾ ਮੋਹਰੀ ਜੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਬੇਨਤੀਆਂ ਕਰਦੇ ਪਏ ਨੇ। ਤੇ ਅੱਜ ਸਰੀਰ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਖਰੀ ਦਿਨ ਹੈ। ਉਵੇਂ ਗੁਰੂ ਸਦਾ ਰਹਿਣ ਵਾਲੀ ਸ਼ਕਤੀ ਦਾ ਨਾਮ ਹੈ। ਜਿਵੇਂ ਪਰਮੇਸ਼ਰ ਸਦਾ ਰਹਿੰਦਾ, ਗੁਰੂ ਸਾਹਿਬ ਸਦਾ ਹੀ ਰਹਿੰਦੇ ਨੇ, ਪਰ ਫਿਰ ਵੀ ਇਸ ਸਰੀਰ ਦੀ ਇੱਕ ਮਰਿਆਦਾ ਹੈ। ਸਰੀਰ ਭਾਵੇਂ ਗੁਰੂ ਸਾਹਿਬਾਂ ਦਾ, ਅਵਤਾਰਾਂ ਦਾ, ਪੀਰਾਂ ਦਾ, ਪੈਗੰਬਰਾਂ ਦਾ, ਔਲੀਆ ਕਿਸੇ ਦਾ ਵੀ ਹੈ, ਸਰੀਰ ਨਹੀਂ ਸਦਾ ਕਦੇ ਰਿਹਾ। ਸਰੀਰ ਤਾਂ ਕਿਸੇ ਵਿਸ਼ੇਸ਼ ਕਾਰਨ ਵਾਸਤੇ ਆਪਾਂ ਨੂੰ ਵੀ ਮਿਲਦਾ, ਔਰ ਵਿਸ਼ੇਸ਼ ਕਾਰਨ ਵਾਸਤੇ ਗੁਰੂ ਸਾਹਿਬ ਜੀ ਨੇ ਧਾਰਨ ਕਰਕੇ ਸਾਡਾ ਭਲਾ ਕਰਨਾ ਸੀ, ਇਸ ਲਈ ਸਰੀਰ ਵਿਖਾਲਿਆ ਹੈ। ਉਹ ਸਰੀਰ ਕਰਕੇ, ਪੰਜਾਂ ਤੱਤਾਂ ਦੇ ਸਰੀਰ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਆਖਰੀ ਦਿਨ ਹੈ। ਤੇ ਇਹ ਬਚਨ ਬਿਲਾਸ ਸੰਗਤ ਨਾਲ ਔਰ ਆਪਣੇ ਪੁੱਤਰਾਂ ਨਾਲ ਮਹਾਰਾਜ ਜੀ ਕਰਦੇ ਪਏ ਨੇ। ਜਿਵੇਂ ਗੁਰੂ ਸਾਹਿਬ ਕਿਰਪਾ ਕਰਦੇ ਹਨ, ਆਓ ਭਾਵਨਾ ਨਾਲ ਮਹਾਰਾਜ ਜੀ ਦਾ ਜੀਵਨ ਸਰਵਣ ਕਰੀਏ ਜੀ। ਗੁਰੂ ਸਾਹਿਬ ਜੀ ਅਸੀਸ ਬਖਸ਼ਣ, ਆਪਣੇ ਮਨਾਂ ਦੀ ਇਕਾਗਰਤਾ ਬਣੇ। ਪ੍ਰੇਮ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਸਤਿਗੁਰ ਨੇ ਕਹਿਓ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਬਾਬਾ ਆਪਣੇ ਪੁੱਤਰ ਦੀ ਬੇਨਤੀ ਸੁਣ ਕੇ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਦਾਂ ਅੱਗਿਓਂ ਆਖਿਆ ਜੀ, ਮਮ ਨੇ ਕੁਛ ਕਰਮਨ ਅਧਿਕਾਰ। ਸਤਿਗੁਰੂ ਜੀ ਨੇ ਆਖਿਆ, ਪੁੱਤਰ ਜੀ, ਬਾਬਾ ਮੋਹਰੀ ਜੀ ਨੂੰ ਆਖਿਆ ਭਈ ਜਿਹੜੇ ਸਾਡਾ ਸਰੀਰ ਹੈ ਨਾ, ਇਹ ਸੰਸਾਰਿਕ ਕਰਮਾਂ ਦੇ ਅਧੀਨ ਨਹੀਂ ਹੁੰਦਾ। ਜਿਵੇਂ ਸਾਰਾ ਕਰਮ ਕੀਤਾ ਜਾਂਦਾ, ਮਨੁੱਖ ਸਰੀਰ ਕਰਕੇ ਆਪ ਕਰਮ ਕਰਦਾ ਜਿੰਨੀ ਦੇਰ ਤੱਕ ਉਹਦੀ ਦੇਹ ਰਹਿੰਦੀ ਹੈ, ਤੇ ਉਹਦੇ ਸਰੀਰ ਛੱਡਣ ਤੋਂ ਬਾਅਦ ਕੁਝ ਸੰਸਾਰਿਕ ਕਰਮ ਉਹਦੇ ਸੰਬੰਧੀਆਂ ਨੇ ਕਰਨੇ ਹੁੰਦੇ ਨੇ। ਅੰਤਮ ਸੰਸਕਾਰ ਵੇਲੇ ਮਹਾਰਾਜ ਜੀ ਨੇ ਆਖਿਆ, ਸਾਡੇ ਅੰਤਮ ਸੰਸਕਾਰ ਵੇਲੇ ਕੋਈ ਐਸਾ ਕਰਮ ਨਹੀਂ ਕਰਨਾ ਜਿਹੜਾ ਸੰਸਾਰਿਕ ਤੌਰ ਤੇ ਬਾਕੀ ਲੋਕ ਕਰਦੇ ਹਨ। ਕਿਉਂ? ਕਿਉਂਕਿ ਅਸੀਂ ਇਹਨਾਂ ਕਰਮਾਂ ਦੇ ਅਧੀਨ ਨਹੀਂ ਹੈਗੇ। ਜਗ ਮਰਜ਼ਾਦ ਰੱਖੀ ਜੇ ਚਾਹੀਏ। ਤੇ ਜੇ ਤੁਸੀਂ ਜਗਤ ਦੀ ਮਰਿਆਦਾ ਰੱਖਣੀ ਜੋ ਦੁਨੀਆ ਦੇ ਲੋਕ ਕਰਦੇ ਹਨ, ਪ੍ਰੇਤ ਨਾਮ ਮੁਕਤੇ ਨਾ ਕਹੀਏ। ਤੇ ਫਿਰ ਕਦੀ ਪ੍ਰੇਤ ਦਾ ਨਾਮ ਮੁਖ ਤੋਂ ਨਹੀਂ ਕਹਿਣਾ, ਕਿਉਂਕਿ ਲੋਕ ਤਾਂ ਸਾਰੀ ਕਿਰਿਆ ਕਰਕੇ ਵੀ ਕਹਿੰਦੇ, ਕਿਉਂ ਕਹਿੰਦੇ ਕਿ ਕੋਈ ਇਹ ਪ੍ਰੇਤ ਨਾ ਬਣ ਜਾਵੇ ਜੀ, ਭੂਤ ਨਾ ਬਣ ਜਾਵੇ ਜੀ, ਕਿਸੇ ਦੂਸਰੀ ਜੂਨ ਵਿੱਚ ਨਾ ਚਲਿਆ ਜਾਵੇ। ਫਿਰ ਕਈ ਵਾਰੀ ਸ਼ੰਕਾ ਵੀ ਕਰਦੇ, ਪਤਾ ਨਹੀਂ ਕਰਮ ਪੂਰਾ ਹੋ ਸਕਿਆ ਕਿ ਨਹੀਂ, ਜੋ ਦੱਸਿਆ ਹੋਇਆ ਸੀ ਧਰਮ ਦਾ ਕਰਮ। ਤੇ ਫਿਰ ਇਦਾਂ ਦੀਆਂ ਗੱਲਾਂ ਕਰਦੇ, ਕਹਿੰਦੇ ਨੇ ਇਹ ਜ਼ਰੂਰਤ, ਇਹ ਗੱਲਾਂ ਕਰਨ ਦੀ, ਇਹ ਨਾਮ ਲੈਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ। ਸੁਰ ਸਰ ਅਰਥ ਪਿੰਡ ਕੋ ਦੀਜੈ। ਸੋ ਸਾਡਾ ਜਿਹੜਾ ਸਰੀਰ ਹੈ, ਇਹ ਜਿਵੇਂ ਅਸੀਂ ਕਹਿੰਦੇ ਆ ਉਸ ਤਰੀਕੇ ਨਾਲ ਹੀ ਇਹਦਾ ਅੰਤਮ ਸੰਸਕਾਰ ਕਰਨਾ ਹੈ। ਤੁਮ ਵੱਡ ਹੋ ਮਰਜ਼ਾਦ ਰਖੀਜੈ। ਤੁਸੀਂ ਵੱਡੇ ਜੇ ਸਾਰਿਆਂ ਵਿੱਚ ਪੂਜਨੀਕ ਹੋ, ਇਸ ਕਰਕੇ ਸਾਰੀ ਜਿਹੜੀ ਮਰਿਆਦਾ ਹੈ ਕੁਲ ਦੀ, ਉਹਨੂੰ ਛੱਡ ਕੇ ਜੋ ਅਸੀਂ ਕਹਿੰਦੇ ਆ ਉਹ ਸੰਸਾਰ ਚੱਲਣਾ ਹੈ। ਬੌਰ ਮੋਹਰੀ ਬੂਝਨ ਕਰੇ। ਫਿਰ ਬਾਬਾ ਮੋਹਰੀ ਜੀ ਨੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਇਦਾਂ ਪੁੱਛਿਆ ਜੀ, ਗ੍ਰਹੀ ਧਰਮ ਤੁਮ ਕੋ ਸੋ ਧਰੇ। ਆਖਿਆ, ਮਹਾਰਾਜ ਅਸੀਂ ਗ੍ਰਸਤੀ ਹਾਂ, ਪਰਿਵਾਰ ਵਾਲੇ ਹਾਂ, ਧੀਆਂ ਪੁੱਤਰਾਂ ਵਾਲੇ ਹਾਂ, ਸਾਡੇ ਵਾਸਤੇ ਗ੍ਰਸਤ ਧਰਮ ਕਿੱਦਾਂ ਦਾ ਗ੍ਰਹਿਣ ਕਰਨਾ ਚਾਹੀਦਾ ਹੈ। ਬਿਨ ਮਾਇਆ ਸਿਧ ਹੋਏ ਨਾ ਸਾਰੇ। ਮਹਾਰਾਜ ਨੇ ਆਖਿਆ, ਮਤਲਬ ਕਹਿਣ ਲੱਗੇ ਜੀ ਮਾਇਆ ਤੋਂ ਬਿਨਾਂ ਤੇ ਕੋਈ ਕਾਰਜ ਨਹੀਂ ਸਰਦਾ ਹੈ। ਕਿਰਤ ਨਾ ਕਰੈ ਚਲੇ ਵਿਵਹਾਰੇ। ਕਿਰਤ ਕੀ ਕਰੀਏ ਜਿਸ ਕਰਕੇ ਸਾਡਾ
ਕਾਰ ਵਿਹਾਰ ਚੱਲੇ, ਆਪ ਜੀ ਕਿਰਪਾ ਕਰਕੇ ਦੱਸ ਦਿਓ ਜੀ। ਬਿਨਾ ਕਿਰਤ ਕਰ ਆਏ ਨ ਮਾਇਆ, ਕਿਉਂਕਿ ਕਿਰਤ ਕੀਤੇ ਤੋਂ ਬਿਨਾ ਮਾਇਆ ਨਹੀਂ ਆਵੇਗੀ। ਜੋ ਕਛ ਕਰੈ ਕਹੋ ਕਰ ਦਾਇਆ, ਜੋ ਆਪ ਜੀ ਅੱਜ ਕਹਿ ਦੇਵੋਗੇ ਉਹੀ ਅਸੀਂ ਕਿਰਤ ਕਰਾਂਗੇ। ਕਿਰਤ ਕਰਨੀ ਹੈ ਕਿ ਨਹੀਂ ਕਰਨੀ, ਉਦਾਂ ਹੀ ਪੂਜਾ ਕਰਵਾਉਣੀ ਹੈ ਸੰਗਤਾਂ ਕੋਲੋਂ, ਜਾਂ ਫਿਰ ਸਾਨੂੰ ਕੋਈ ਧਰਮ ਦੀ ਕਿਰਤ ਕਰਨੀ ਚਾਹੀਦੀ ਹੈ? ਜੇ ਕਰਨੀ ਚਾਹੀਦੀ ਤੇ ਕੀ ਕਰੀਏ, ਆਪ ਜੀ ਕਿਰਪਾ ਕਰਕੇ ਦੱਸ ਦਿਓ। ਸਤਿਗੁਰ ਕਹਿਓ ਕਰੋ ਸੁਭਕਾਰ, ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਬਿਲਕੁਲ ਤੁਸੀਂ ਧਰਮ ਦੀ ਕਿਰਤ ਕਰਨੀ। ਸਤਿਗੁਰ ਕਹਿਓ ਕਰੋ ਸੁਭਕਾਰ, ਤੁਸੀਂ ਧਰਮ ਦੀ ਕਿਰਤ ਜ਼ਰੂਰ ਕਰਨੀ ਹੈ। ਧਰਮ ਕਿਰਤ ਤੇ ਸਿੱਧ ਵਿਵਹਾਰ, ਕਿਉਂਕਿ ਧਰਮ ਦੀ ਕਿਰਤ ਕੀਤਿਆਂ ਹੀ ਸਾਰੇ ਕਾਰਜ ਸਿੱਧ ਹੁੰਦੇ ਹਨ। ਕੁਲ ਮੈਂ ਸੰਕਟ ਆਏ ਜੇ ਪਰੈ, ਜੇ ਕਦੀ ਕੁਲ ਦੇ ਵਿੱਚ ਕੋਈ ਸੰਕਟ ਦਾ ਕੋਈ ਦੁੱਖ ਦਾ ਸਮਾਂ ਆ ਜਾਵੇ ਤਾਂ ਸਿਮਰੋ ਮੋਹਿ ਕਾਜ ਸਭ ਸਰੈ, ਤੇ ਉਸ ਵੇਲੇ ਤੁਸੀਂ ਸਾਨੂੰ ਚੇਤੇ ਕਰਨਾ, ਤੁਹਾਡਾ ਕਾਰਜ ਸਿੱਧ ਹੋ ਜਾਏਗਾ। ਔਰ ਇਹ ਬਚਨ ਸਿਰਫ ਸਾਧ ਸੰਗਤ ਜੀ ਬਾਬਾ ਮੋਹਰੀ ਜੀ ਵਾਸਤੇ ਨੇ। ਜਿੰਨੀ ਸੰਗਤ ਸੁਣਦੀ ਪਈ ਉਹਨਾਂ ਵਾਸਤੇ ਵੀ, ਔਰ ਅੱਜ ਆਪਾਂ ਸੁਣਦੇ ਪਏ ਆਪਣੇ ਵਾਸਤੇ ਵੀ ਨੇ। ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਸਦਾ ਲਈ ਅਟਲ ਹੁੰਦਾ ਔਰ ਸਾਰਿਆਂ ਵਾਸਤੇ ਹੁੰਦਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਕਿਸੇ ਦੇ ਪਰਥਾਏ ਵੀ ਮਹਾਰਾਜ ਬੋਲ ਦੇਣ, ਉਹ ਸਾਰੇ ਸੰਸਾਰ ਲਈ ਸਾਂਝਾ ਬਚਨ ਹੁੰਦਾ। ਤੇ ਜੇ ਮਹਾਰਾਜ ਆਪਣੇ ਪੁੱਤਰ ਨੂੰ ਕਹਿੰਦੇ ਪਏ ਵੀ ਕਦੀ ਪਰਿਵਾਰ ਵਿੱਚ ਕੋਈ ਸੰਕਟ ਆ ਜਾਵੇ ਤੇ ਸਾਡੇ ਅੱਗੇ ਅਰਦਾਸ ਕਰਿਓ, ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਗੱਦੀ ਅੱਗੇ ਅਰਦਾਸ ਕਰਿਓ ਤੇ ਤੁਹਾਡਾ ਸੰਕਟ ਦੂਰ ਹੋ ਜਾਏਗਾ। ਇਹ ਬਚਨ ਆਪਾਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਵੀ ਜੇ ਕਦੇ ਕੋਈ ਪਰੇਸ਼ਾਨੀ ਆ ਜਾਵੇ ਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੀ ਕਰਨੀ ਚਾਹੀਦੀ ਸਿੱਖ ਨੂੰ ਜੀ। ਇਹ ਸੁਤ ਧਰਮ ਕਿਰਤ ਜੋ ਕਰਨੀ, ਆਖਿਆ ਹੈ ਪੁੱਤਰ ਜੀ ਜਿਹੜੀ ਧਰਮ ਦੀ ਕਿਰਤ ਕਰਨੀ ਹੈ, ਹਰ ਸਿਮਰਨ ਇਹੋ ਭਗਤ ਸੁਬਰਨੀ, ਤੇ ਫਿਰ ਨਾਲ ਨਾਲ ਹਰੀ ਦਾ ਸਿਮਰਨ ਕਰਨਾ। ਇਹ ਸਭ ਤੋਂ ਵੱਡੀ ਭਗਤੀ ਹੈ, ਧਰਮ ਦੀ ਕਿਰਤ ਕਰਨੀ ਔਰ ਕਿਰਤ ਦੇ ਨਾਲ ਨਾਲ ਹਰੀ ਦਾ ਸਿਮਰਨ ਕਰਨਾ ਅਕਾਲ ਪੁਰਖ ਵਾਹਿਗੁਰੂ ਦਾ। ਭਗਤ ਕਰੈ ਸੁਖ ਲਹਿ ਅਭਰਮ, ਕਹਿੰਦੇ ਜਿਹੜਾ ਭਗਤੀ ਕਰਦਾ ਉਹਨੂੰ ਸੁਖ ਵੀ ਪ੍ਰਾਪਤ ਹੁੰਦੇ ਨੇ। ਧਰਮ ਦੀ ਕਿਰਤ ਦੇ ਨਾਲ ਨਾਲ ਭਗਤੀ ਕਰਨੀ, ਉਸ ਦੇ ਸਾਰੇ ਭਰਮ ਦੂਰ ਹੋ ਜਾਂਦੇ ਹਨ। ਹਰ ਕੀ ਭਗਤ ਕਹਾਵਤ ਧਰਮ, ਸਭ ਤੋਂ ਵੱਡਾ ਧਰਮ ਹੈ ਹਰੀ ਦੀ ਭਗਤੀ ਕਰਨੀ। ਸਭ ਤੋਂ ਵੱਡਾ ਧਰਮ ਹਰ ਕੀ ਭਗਤ ਕਹਾਵੈ ਧਰਮ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਧਰਮ ਤਾਂ ਇਸ ਮਨੁੱਖਾ ਸਰੀਰ ਦਾ ਇਹ ਹੈ, ਪ੍ਰਮਾਤਮਾ ਦੀ ਭਗਤੀ ਕਰਨੀ। ਪਰ ਇਸ ਸਰੀਰ ਨੂੰ ਚੱਲਦਾ ਰੱਖਣ ਵਾਸਤੇ ਨਾਲ ਧਰਮ ਦੀ ਕਿਰਤ ਕਰਨੀ ਹੈ। ਬਿਨ ਹਰ ਭਗਤ ਕਰੈ ਗਨ ਕਰਮ, ਕਹਿੰਦੇ ਜੇ ਹਰੀ ਦੀ ਭਗਤੀ ਤੋਂ ਬਿਨਾਂ ਸਿਰਫ ਬੰਦਾ ਕਿਰਤੀ ਕਰੀ ਜਾਵੇ, ਸਿਰਫ ਬਾਕੀ ਸਾਰੇ ਕਰਮ ਕਰੇ ਪਰ ਪ੍ਰਮਾਤਮਾ ਦੀ ਭਗਤੀ ਨਾ ਕਰੇ, ਸੋ ਸਗਰੋ ਹੋਏ ਜਾਏ ਅਧਰਮ। ਮਹਾਰਾਜ ਜੀ ਨੇ ਆਖਿਆ ਉਹ ਤੇ ਸਾਰੇ ਹੀ ਅਧਰਮ ਹੋ ਜਾਣਗੇ, ਫਿਰ ਧਰਮ ਤਾਂ ਰਹਿ ਹੀ ਨਹੀਂ ਗਿਆ। ਧਰਮ ਤੇ ਤਾਂ ਹੀ ਹੈ ਕਿਰਤ ਦੇ ਨਾਲ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਨੀ। ਤੇ ਜੇ ਭਗਤੀ ਤੋਂ ਬਿਨਾਂ ਜਿੰਨੇ ਕਰਮ ਕਰਨੇ ਨੇ ਮਹਾਰਾਜ ਕਹਿੰਦੇ ਉਹ ਸਾਰੇ ਅਧਰਮ ਹੋ ਜਾਂਦੇ ਨੇ, ਧਰਮ ਨਹੀਂ ਉਹਦੇ ਚ ਰਹਿ ਜਾਂਦਾ। ਸਭ ਸੰਗਤ ਕੋ ਤਬ ਉਪਦੇਸਾ, ਜਿਵੇਂ ਨਾਵੇਂ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਨਾ ਜੀ ਗੁਰੂ ਕੀ ਬਾਣੀ ਵਿੱਚੋਂ ਸ਼ਲੋਕਾਂ ਵਿੱਚੋਂ, ਮਹਾਰਾਜ ਕਹਿੰਦੇ ਨੇ ਏਕ ਭਗਤ ਭਗਵਾਨ ਜਿਹ ਪ੍ਰਾਣੀ ਕਾ ਨਾਹਿ ਮਾਨ, ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹੇ ਤਾਂ। ਕਹਿੰਦੇ ਬਾਕੀ ਸਾਰੇ ਕਰਮ ਬੰਦਾ ਕਰੇ ਜ਼ਿੰਦਗੀ ਵਿੱਚ, ਪਰ ਇੱਕ ਅਕਾਲ ਪੁਰਖ ਨੂੰ ਚੇਤੇ ਨਾ ਕਰੇ, ਪ੍ਰਮਾਤਮਾ ਦੀ ਭਗਤੀ ਨਾ ਕਰਦਾ ਹੋਵੇ, ਬਾਕੀ ਸਾਰੇ ਕਾਰਜ ਕਰਦਾ ਹੋਵੇ। ਏਕ ਭਗਤ ਭਗਵਾਨ ਜਿਹ ਪ੍ਰਾਣੀ ਕਾ ਨਾਹਿ ਮਨ, ਜਿਸ ਪ੍ਰਾਣੀ ਦੇ ਮਨ 'ਚ ਭਗਵਾਨ ਦੀ ਭਗਤੀ ਨਹੀਂ, ਯਾਦ ਨਹੀਂ ਪ੍ਰਮਾਤਮਾ ਦੀ, ਬਾਕੀ ਸਭ ਕੁਝ ਹੈ। ਤੇ ਮਹਾਰਾਜ ਕਹਿੰਦੇ ਗੁਰਮੁਖੋ ਜਿਵੇਂ ਸੂਰ ਤੇ ਕੁੱਤੇ ਦਾ ਤਨ ਹੈ ਨਾ, ਮੈਂ ਮਾਫੀ ਚਾਹੁੰਦਾ ਕਿਉਂਕਿ ਗੁਰੂ ਸਾਹਿਬ ਦਾ ਬਚਨ ਹੈ, ਇਵੇਂ ਕਹਿੰਦੇ ਉਸ ਮਨੁੱਖ ਦਾ ਤਨ ਹੈ ਜਿਹੜਾ ਬਾਕੀ ਤੇ ਸਾਰੇ ਕੰਮ ਕਰ ਲੈਂਦਾ ਪਰ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ। ਜੈਸੇ ਸੂਕਰ ਸਵਾਨ, ਸੂਕਰ ਸੂਰ ਨੂੰ ਕਹਿੰਦੇ, ਸਵਾਨ ਕੁੱਤੇ ਨੂੰ। ਨਾਨਕ ਮਾਨੋ ਤਾਹੇ ਤਾਨ, ਕਹਿੰਦੀ ਇਦਾਂ ਤਾਨ ਹੈ ਜਿਵੇਂ ਸੂਰ ਕੋਲੇ ਤਾਨ ਹੈ, ਕੁੱਤੇ ਕੋਲੇ ਤਾਨ ਹੈ, ਫਿਰ ਮਨੁੱਖ ਕੋਲੇ ਵੀ ਤਾਨ ਹੀ ਹੈ। ਫਰਕ ਸਿਰਫ ਇਹ ਹੈ ਵੀ ਸੂਰ ਤੇ ਕੁੱਤੇ ਨੇ ਉਪਦੇਸ਼ ਗ੍ਰਹਿਣ ਨਹੀਂ ਕਰਨਾ, ਭਗਤੀ ਨਹੀਂ ਕਰਨੀ, ਉਹ ਕੋਈ ਦਰਸ਼ਨ ਨਹੀਂ ਕਰ ਸਕਦਾ, ਸਤ ਸੰਗਤ ਨਹੀਂ ਕਰ ਸਕਦਾ, ਨਿਤਨੇਮ ਨਹੀਂ ਕਰ ਸਕਦਾ। ਪਰ ਮਹਾਰਾਜ ਨਾਵੇਂ ਪਾਤਸ਼ਾਹ ਕਹਿੰਦੇ ਜੇ ਮਨੁੱਖਾ ਸਰੀਰ ਲੈ ਕੇ ਵੀ ਆਪਾਂ ਰੱਬ ਨੂੰ ਚੇਤੇ ਨਹੀਂ ਕਰਨਾ, ਫਿਰ ਉਹਦੇ 'ਚ ਤਾਂ ਆਪਣੇ 'ਚ ਫਰਕ ਕੀ ਰਹਿ ਗਿਆ। ਇਸ ਕਰਕੇ ਆਖਿਆ ਪੁੱਤਰ ਧਰਮ ਦੀ ਕਿਰਤ ਕਰਨੀ, ਲੇਕਿਨ ਨਾਲ ਨਾਲ ਪ੍ਰਮਾਤਮਾ ਦੀ ਭਗਤੀ ਜ਼ਰੂਰ ਕਰਨੀ। ਇਹ ਹੀ ਅਸਲ ਵਿੱਚ ਧਰਮ ਹੈ। ਤੇ ਭਗਤੀ ਨੂੰ ਛੱਡ ਕੇ ਜਿੰਨੇ ਕਰਮ ਕਰਨੇ ਉਹ ਸਾਰੇ ਅਧਰਮੀ ਹੋ ਜਾਂਦੇ ਨੇ, ਫਿਰ ਧਰਮ ਨਹੀਂ ਰਹਿ ਜਾਂਦਾ ਉਹਨਾਂ ਵਿੱਚ। ਕਰ ਹਰ ਭਗਤ ਵਿਨਾਸ਼ ਕਲੇਸ਼ਾ, ਤੇ ਹਰੀ ਦੀ ਭਗਤੀ ਕੀਤਿਆਂ ਕਲੇਸ਼ਾਂ ਦਾ ਵਿਨਾਸ਼ ਹੁੰਦਾ। ਜਿਹੜੇ ਕਲੇਸ਼ ਪੈ ਜਾਏ, ਕਈ ਵਾਰੀ ਬੜਾ ਕਲੇਸ਼ ਹੁੰਦਾ ਜੀ ਪਰਿਵਾਰ ਵਿੱਚ ਕੁਝ, ਕਹਿੰਦੇ ਹਰੀ ਦੀ ਭਗਤੀ ਕਰੋ ਗੁਰਮੁਖੋ, ਪ੍ਰਮਾਤਮਾ ਦੀ ਭਗਤੀ ਦਾ ਇਹ ਪ੍ਰਤਾਪ ਹੈ। ਘਰ ਦਾ ਕਲੇਸ਼ ਜਿਹੜਾ, ਦਲਿੱਦਰਤਾ ਜਿਹੜੀ ਆ, ਜਿਹੜੀ ਇਹ ਦਵੰਦਵਾਦ ਪਿਆ ਹੁੰਦਾ, ਇਹ ਸਾਰਾ ਕੱਟਿਆ ਜਾਂਦਾ ਜੀ। ਕਿਰਪਾ ਦ੍ਰਿਸ਼ਟ ਸਭ ਔਰ ਨਿਹਾਰੇ, ਇਹ ਬਚਨ ਕਰਕੇ ਤੀਸਰੇ ਪਾਤਸ਼ਾਹ ਜੀ ਨੇ ਮਿਹਰ ਦੀ ਨਜ਼ਰ ਨਾਲ ਸਾਰਿਆਂ ਨੂੰ ਦੇਖਿਆ ਹੈ। ਉਤੀ ਭਾਵਨੀ ਜੋ ਹਿਸ ਧਾਰੇ, ਜਿਸ ਤਰ੍ਹਾਂ ਦੀ ਕੋਈ ਭਾਵਨਾ ਲੈ ਕੇ ਆਇਆ ਸੀ ਨਾ, ਲੋਕ ਪਿੰਡਾਂ ਦੇ ਚੱਲ ਕੇ ਆ ਗਏ ਸਨ ਵੀ ਅੱਜ ਤੀਸਰੇ ਪਾਤਸ਼ਾਹ ਜੀ ਨੇ ਸਰੀਰ ਛੱਡ ਦੇਣਾ, ਚਲੋ ਦਰਸ਼ਨ ਕਰੀਏ, ਲਾਹਾ ਪ੍ਰਾਪਤ ਹੋਵੇਗਾ।
ਜਿਸ ਜਿਸ ਤਰ੍ਹਾਂ ਦੀ ਕੋਈ ਮਨੋਕਾਮਨਾ ਲੈ ਕੇ ਆਇਆ ਸੀ ਜੀ, ਸਭ ਕੋ ਮਨ ਬਾਂਛਤ ਫਲ ਪਾਵਾ। ਸਭ ਦੀਆਂ ਮਨੋਕਾਮਨਾਵਾਂ ਤੀਸਰੇ ਪਾਤਸ਼ਾਹ ਜੀ ਨੇ ਪੂਰੀਆਂ ਕੀਤੀਆਂ, ਮਨ ਭਾਉਂਦੇ ਫਲਾਂ ਦੀ ਪ੍ਰਾਪਤੀ ਹੋਈ ਸਾਰਿਆਂ ਨੂੰ। ਹੁਣ ਸਤਿਗੁਰ ਸਭ ਸੰਗ ਅਲਾਵਾ। ਫਿਰ ਤੀਸਰੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਨਾਲ ਇਸ ਤਰ੍ਹਾਂ ਬਚਨ ਕੀਤਾ ਪਵਿੱਤਰ ਮੁਖ ਤੋਂ, ਸੁਤ ਭਰਾਤਾ ਬੰਧੂ ਸਿੱਖ ਦਾਸ। ਮਹਾਰਾਜ ਨੇ ਆਖਿਆ ਭਾਵੇਂ ਸਾਡੇ ਪੁੱਤਰ ਨੇ, ਭਾਵੇਂ ਭਰਾ ਨੇ, ਭਾਵੇਂ ਸੰਬੰਧੀ ਨੇ, ਭਾਵੇਂ ਸਿੱਖ ਨੇ ਤੇ ਭਾਵੇਂ ਸਾਡੇ ਸੇਵਕ ਹਨ, ਪਾਛੇ ਕਰੋ ਨਾ ਸੋਕ ਪ੍ਰਕਾਸ਼। ਸਾਰਿਆਂ ਦੇ ਤਾਂ ਹੀ ਹੁਕਮ ਹੈ ਵੀ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ, ਕਿਸੇ ਨੇ ਵਰਲਾਪ ਨਹੀਂ ਕਰਨਾ, ਕਿਸੇ ਨੇ ਸੋਗ ਨਹੀਂ ਮਨਾਉਣਾ ਹੈ। ਮੁਦਤ ਰਹੋ ਹਰ ਕੇ ਗੁਣ ਗਾਵਹੋ। ਮੁਦਤ ਦਾ ਅਰਥ ਹੁੰਦਾ ਪ੍ਰਸੰਨ। ਆਖਿਆ ਹਰੀ ਦੇ ਗੁਣ ਗਾਉਣੇ ਨੇ ਤੇ ਪ੍ਰਸੰਨ ਰਹਿਣਾ ਹੈ। ਕਥਾ ਕੀਰਤਨ ਸੁਨੋ ਸੁਣਾਵੋ। ਆਹਾ ਕਰਮ ਸੀ ਜਿਹੜਾ ਮਹਾਰਾਜ ਜੀ ਨੇ ਆਖਿਆ ਕਰਨਾ। ਮਹਾਰਾਜ ਨੇ ਆਖਿਆ ਕਥਾ ਕੀਰਤਨ ਸੁਣੋ ਸੁਣਾਵੋ, ਸਾਡੇ ਬਾਅਦ ਰੋਣਾ ਨਹੀਂ, ਵਰਲਾਪ ਨਹੀਂ ਕਰਨਾ, ਸੋਗ ਨਹੀਂ ਕਰਨਾ, ਕਥਾ ਕੀਰਤਨ ਸੁਣਨੀ ਔਰ ਸੁਣਾਉਣੀ। ਕਥਾ ਕੀਰਤਨ ਵਿੱਚ ਹਾਜ਼ਰੀ ਭਰਨੀ ਹੈ ਜਦੋਂ ਅਸੀਂ ਸਰੀਰ ਛੱਡ ਜਾਵਾਂਗੇ, ਕਿਸੇ ਨੇ ਵੀ ਸੋਗ ਨਹੀਂ ਮਨਾਉਣਾ ਹੈ। ਇਮ ਕਹਿ ਸਤਿਗੁਰ ਘਰ ਲਿਪਵਾਇਸ। ਇਉਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਤਿਆਰੀ ਕਰ ਲਈ ਉਸ ਜਗ੍ਹਾ ਦੀ ਜਿੱਥੇ ਮਹਾਰਾਜ ਜੀ ਨੇ ਸਰੀਰ ਛੱਡਣਾ ਸੀ ਜੀ। ਚੰਦਨ ਆਦ ਸੁਗੰਧ ਸਿਰਕਾਇਸ। ਸਤਿਗੁਰੂ ਜੀ ਨੇ ਕੁਝ ਚੰਦਨ ਮੰਗਵਾਇਆ, ਕੁਝ ਸੁਗੰਧੀਆਂ ਉੱਥੇ ਛਿੜਕ ਦਿੱਤੀਆਂ ਹਨ, ਸਾਰੇ ਵਾਤਾਵਰਨ ਨੂੰ ਸੁਗੰਧਿਤ ਕੀਤਾ ਹੈ ਜੀ। ਬਰਨ ਬਰਨ ਫੂਲਨ ਕੀ ਮਾਲਾ। ਕਹਿੰਦੇ ਕਈ ਤਰ੍ਹਾਂ ਦੇ ਫੁੱਲਾਂ ਦੀਆਂ ਮਾਲਾ ਲਿਆ ਕੇ ਉਸੇ ਵੇਲੇ ਰੱਖੀਆਂ ਹਨ ਸਿੱਖ ਸੇਵਕਾਂ ਨੇ, ਜਿੱਥੇ ਕਿਉਂਕਿ ਜਿੱਥੇ ਗੁਰੂ ਸਾਹਿਬ ਜੀ ਦਾ ਸਾਧ ਸੰਗਤ ਜੀ ਅਸਲ ਵਿੱਚ ਆਸਣ ਹੁੰਦਾ ਨਾ, ਉੱਥੇ ਸੁਗੰਧਿਤ ਵਾਤਾਵਰਨ ਆਪਾਂ ਹੋਵੇ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਦੇਖੋ ਫੁੱਲ ਰੱਖੇ ਨੇ। ਫੁੱਲ ਰੱਖਣ ਦਾ ਮਤਲਬ ਇਹ ਹੈ ਵੀ ਜਿੱਥੇ ਹਜੂਰ ਦਾ ਪ੍ਰਕਾਸ਼ ਹੈ, ਦਰਬਾਰ ਸਜਿਆ, ਉੱਥੇ ਸੁਗੰਧਿਤ ਹੋਵੇ ਸਾਰਾ ਵਾਤਾਵਰਨ। ਤੀਸਰੇ ਪਾਤਸ਼ਾਹ ਜੀ ਨੇ ਆਖ ਕੇ ਫੁੱਲ ਮੰਗਵਾਏ ਨੇ, ਚੰਦਨ ਮੰਗਵਾਇਆ ਹੈ, ਸਾਰੇ ਘਰ ਨੂੰ ਸੁਗੰਧਿਤ ਕੀਤਾ ਜੀ। ਕੁਛ ਆਸਨ ਪਰ ਪੌੜ ਦਇਆਲਾ। ਫਿਰ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਆਸਣ ਦੇ ਉੱਪਰ ਆਪ ਲੰਬੇ ਪੈ ਗਏ ਹਨ। ਸਭ ਕੇ ਦੇਖਤ ਭੀੜ ਕਨੇਰੀ। ਸਾਰੀ ਭੀੜ ਜਿਹੜੀ ਸੀ, ਬਹੁਤ ਜੋੜ ਮੇਲਾ ਹੀ ਲੱਗਾ ਸੀ, ਇੰਨੀਆਂ ਸੰਗਤਾਂ ਆਈਆਂ ਇਹ ਸੁਣ ਕੇ ਕਿ ਅੱਜ ਤੀਸਰੇ ਪਾਤਸ਼ਾਹ ਜੀ ਨੇ ਪ੍ਰਲੋਕ ਚਲੇ ਜਾਣਾ ਹੈ। ਬੇਸਦ ਬਸਤਰ ਤੇਲੇ ਮੁਖ ਪਰ ਫੇਰੀ। ਇੱਕ ਚਿੱਟੇ ਰੰਗ ਦਾ ਬਸਤਰ ਤੀਸਰੇ ਪਾਤਸ਼ਾਹ ਜੀ ਨੇ ਲੰਮੇ ਪੈ ਕੇ ਆਪਣੇ ਸਾਰੇ ਸਰੀਰ ਦੇ ਉੱਪਰ ਸਮੇਤ ਆਪਣੇ ਪਵਿੱਤਰ ਮੁਖ ਦੇ ਲੈ ਲਿਆ, ਆਪਣੇ ਮੁਖ ਸਮੇਤ ਸਾਰੇ ਸਰੀਰ ਨੂੰ ਢੱਕ ਲਿਆ ਤੀਸਰੇ ਪਾਤਸ਼ਾਹ ਜੀ ਨੇ। ਕਰਤ ਭਏ ਪਰਲੋਕ ਪਿਆਨਾ। ਤੇ ਬਸ ਸਾਰਿਆਂ ਦੇ ਦੇਖਦਿਆਂ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਜੀ, ਪਰਲੋਕ ਪਿਆਨਾ ਕਰ ਗਏ ਮਹਾਰਾਜ। ਨਭ ਮੈਂ ਕੌਤਕ ਹੋਤ ਮਹਾਨਾ। ਕਹਿੰਦੇ ਜਦੋਂ ਤੀਸਰੇ ਪਾਤਸ਼ਾਹ ਜੀ ਨੇ ਆਪਣਾ ਸਰੀਰ ਛੱਡਿਆ ਤੇ ਨਭ ਮੈਂ ਕੌਤਕ, ਨਭ ਆਕਾਸ਼ ਨੂੰ ਕਹਿੰਦੇ ਆਕਾਸ਼ ਵਿੱਚ ਇੱਕ ਇਸ ਤਰ੍ਹਾਂ ਦਾ ਕੌਤਕ ਸਾਰਿਆਂ ਨੇ ਦੇਖਿਆ ਗੋਇੰਦਵਾਲ ਦੀ ਧਰਤੀ ਤੇ। ਸੂਰਜ ਤੇਜ ਮੰਦ ਪਰ ਗਊ। ਕਹਿੰਦੇ ਜਿਹੜੀ ਸੂਰਜ ਦੀ ਧੁੱਪ ਸੀ ਨਾ, ਉਹ ਮੰਦੀ ਪੈ ਗਈ, ਮੱਠੀ ਪੈ ਗਈ ਉਸ ਵੇਲੇ। ਬਿਨ ਪ੍ਰਕਾਸ਼ ਅਪਰਬਿਦ ਭਇਓ। ਤੇ ਕੋਈ ਹੋਰ ਪ੍ਰਕਾਸ਼ ਹੋਇਆ, ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਤੇ ਚੰਦਰਮਾ ਦੀ ਰੋਸ਼ਨੀ ਮਿੱਠੀ ਪੈ ਜਾਂਦੀ ਹੈ, ਮੱਠੀ ਪੈ ਜਾਂਦੀ ਰਾਤ ਨੂੰ ਚੰਦਰਮਾ ਪ੍ਰਕਾਸ਼ ਦਾ, ਪਰ ਦਿਨੇ ਦੇਖੋ ਚੰਦਰਮਾ ਦੀ ਰੋਸ਼ਨੀ ਨਹੀਂ ਆਪਾਂ ਨੂੰ ਦਿਖਾਈ ਦਿੰਦੀ ਕਿਉਂਕਿ ਸੂਰਜ ਪ੍ਰਕਾਸ਼ ਗਿਆ। ਕਹਿੰਦੇ ਹੁਣ ਤੀਸਰੇ ਪਾਤਸ਼ਾਹ ਜੀ ਨੇ ਜਦੋਂ ਆਪਣਾ ਸਰੀਰ ਛੱਡਿਆ ਨਾ ਜੀ, ਇਹ ਆਪਣੇ ਤੱਤਾਂ 'ਚ ਵਿਲੀਨ ਕੀਤੇ, ਇੱਕ ਇਸ ਤਰ੍ਹਾਂ ਦਾ ਪ੍ਰਕਾਸ਼ ਹੋਇਆ ਉਸ ਵੇਲੇ ਲੋਕਾਂ ਨੇ ਦੇਖਿਆ, ਜਿਸ ਦੇ ਕਰਕੇ ਸੂਰਜ ਦਾ ਪ੍ਰਕਾਸ਼ ਜਿਹੜਾ ਸੀ ਉਹ ਮੱਠਾ ਪੈ ਗਿਆ ਜੀ। ਦੇਵਤਾਨ ਕੇ ਘਨੇ ਬਿਬਾਨਾ। ਕਹਿੰਦੇ ਬਹੁਤ ਸਾਰੇ ਦੇਵਤੇ ਮਹਾਰਾਜ ਜੀ ਦੇ ਅੰਤਮ ਦਰਸ਼ਨ ਕਰਨ ਵਾਸਤੇ ਆਏ ਬਬਾਨ ਲੈ ਕੇ। ਆਵਤ ਭਏ ਛਾਏ ਅਸਮਾਨਾ। ਕਹਿੰਦੇ ਨੇ ਸਾਰਾ ਅਸਮਾਨ ਹੀ ਦੇਵਤਿਆਂ ਨਾਲ ਭਰ ਗਿਆ ਜੀ। ਚਲੀ ਸੁਗੰਧਤ ਮੰਦ ਸਮੀਰਾ। ਬਹੁਤ ਸੁਗੰਧਤ ਹਵਾ ਚੱਲਣ ਲੱਗ ਪਈ, ਸਮੀਰ ਹਵਾ ਨੂੰ ਕਹਿੰਦੇ ਬੜੀ ਸੁੰਦਰ ਪੌਣ ਚੱਲੀ, ਜਿਹੜੀ ਬੜੀ ਸੁੰਦਰ ਸੁਗੰਧੀ ਆ ਰਹੀ ਸੀ ਹਵਾ ਵਿੱਚੋਂ। ਗਰਜਤ ਘਨ ਧੁਨ ਮ੍ਰਿਦਲ ਗੰਭੀਰਾ। ਤੇ ਕਹਿੰਦੇ ਗੰਭੀਰ ਆਵਾਜ਼ ਦੇ ਨਾਲ, ਮੱਠੀ ਆਵਾਜ਼ ਦੇ ਨਾਲ ਬੱਦਲ ਵੀ ਗੱਜੇ ਹਨ। ਵਿਦ ਸਿਵ ਸੁਰਪਤ ਰਵ ਸਸ ਆਏ। ਕਹਿੰਦੇ ਨੇ ਰਵ ਸੂਰਜ, ਸਸ ਚੰਦਰਮਾ, ਸੁਰਪਤ ਇੰਦਰ, ਇਸੇ ਤਰ੍ਹਾਂ ਬਾਕੀ ਸਾਰੇ ਦੇਵਤੇ, ਸ਼ਿਵ, ਇਹ ਸਾਰੇ ਦੇਵਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਪਹਿਲਾਂ ਸੂਰਜ ਸੀ, ਫਿਰ ਬੱਦਲ ਛਾ ਗਏ, ਥੋੜਾ ਜਿਹਾ ਬੱਦਲ ਗੱਜਿਆ, ਠੰਡੀ ਹਵਾ ਚੱਲੀ। ਕਹਿੰਦੇ ਆਕਾਸ਼ ਵਿੱਚ ਦੇਵਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਹਨ। ਗੰਧਰਵ ਸਿੱਧ ਰਿਖੀ ਸਮੁਦਾਏ। ਕਹਿੰਦੇ ਨੇ ਸਾਰੇ ਰਾਗੀ ਨੇ ਜਿਹੜੇ ਦੇਵਤਿਆਂ ਦੇ, ਉਹ ਵੀ, ਫਿਰ ਰਿਸ਼ੀ ਮੁਨੀ ਜਿੰਨੇ ਪਹੁੰਚ ਵਾਲੇ ਸਨ ਉਹ ਆਏ ਹਨ ਜੀ। ਇਹ ਸਾਧ ਸੰਗਤ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਇੱਕ ਵਾਰੀ ਕਿਸੇ ਗੁਰਮੁਖ ਨੇ ਪੁੱਛਿਆ ਸੀ ਭਈ ਭਾਈ ਸੰਤੋਖ ਸਿੰਘ ਜੀ ਨੂੰ ਚੂੜਾਮਣ ਕਵੀ ਕਿਉਂ ਕਹਿੰਦੇ ਨੇ? ਕਵੀ ਤਾਂ ਸਾਰੇ ਸਤਿਕਾਰਯੋਗ ਹੁੰਦੇ ਨੇ। ਤੇ ਸੰਤਾਂ ਨੇ ਆਖਿਆ ਵੀ ਉਹ ਅਸਲ ਵਿੱਚ ਇਸ ਤਰ੍ਹਾਂ ਦੇ ਕਵੀ ਨੇ ਜਿਨ੍ਹਾਂ ਨੇ ਮਹਾਰਾਜ ਦਸਾਂ ਪਾਤਸ਼ਾਹਾਂ ਦਾ ਜਿਹੜਾ ਜੀਵਨ ਲਿਖਿਆ ਨਾ, ਉਹ ਕੁਝ ਪੜ੍ਹ ਕੇ ਲਿਖਿਆ, ਕੁਝ ਬਜ਼ੁਰਗਾਂ ਤੋਂ ਸੁਣ ਕੇ ਲਿਖਿਆ, ਤੇ ਬਾਕੀ ਆਪਣੇ ਅਨੁਭਵ ਨਾਲ ਲਿਖਿਆ। ਉਹ ਐਸੇ ਮਹਾਨ ਕਵੀ ਹੋਏ ਜਿਨ੍ਹਾਂ ਤੇ ਉੱਪਰ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਫਿਰ ਉਹਨਾਂ ਨੇ ਦਸਾਂ ਪਾਤਸ਼ਾਹਾਂ ਦਾ ਜੀਵਨ ਲਿਖਿਆ। ਜਿਵੇਂ ਆਪਾਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ, ਬੜੀ ਉਸਤਤ ਕੀਤੀ ਹੈ ਭੱਟਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਗੁਰੂ ਅੰਗਦ ਦੇਵ ਸਾਹਿਬ ਜੀ ਦੀ, ਪੰਜਾਂ ਪਾਤਸ਼ਾਹੀਆਂ ਤੱਕ। ਉਹ ਭੱਟਾਂ ਨੇ ਸਾਧ ਸੰਗਤ ਜੀ ਜਿਹੜੀ ਉਸਤਤ ਕੀਤੀ ਹੈ ਪੰਜਵੇਂ ਪਾਤਸ਼ਾਹ ਜੀ ਦੇ ਸਾਹਮਣੇ ਬੈਠ ਕੇ ਕੀਤੀ ਹੈ, ਕੋਈ ਖੁਸ਼ਾਮਦ ਨਹੀਂ ਕੀਤੀ। ਉਹਨਾਂ ਦਾ ਅਨੁਭਵ ਖੁੱਲਾ ਤੇ ਜੋ ਉਹਨਾਂ ਨੂੰ ਦਿਖਾਈ ਦਿੱਤਾ, ਜੋ ਮਹਿਸੂਸ ਹੋਇਆ ਗਿਆਨ ਦੇ ਨੇਤਰਾਂ ਨਾਲ, ਉਹ ਉਹਨਾਂ ਨੇ ਆਖਿਆ।
ਹੁਣ ਆਪਾਂ ਭੱਟਾਂ ਦੇ ਬਚਨਾਂ ਚੋਂ ਪੜ੍ਹਦੇ ਹਾਂ, ਸੋ ਕਹੁ ਟਲ ਗੁਰ ਸੇਵੀਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਦੂਸਰੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆ, ਭੱਟ ਕਹਿੰਦੇ ਗੁਰਮੁਖੋ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਉਹ ਤੀਸਰੇ ਪਾਤਸ਼ਾਹ ਜੀ ਦੀ ਸੋਭਾ ਕਰਦਾ ਕਹਿੰਦੇ ਘਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਾਵ ਸਸ ਕਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਾਬਜਨ ਭਲ ਉਹਨੇ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਕਿੰਨੀ ਸਿਫਤ ਕੀਤੀ ਉਹਨਾਂ ਨੇ। ਆਪਾਂ ਹੁਣ ਇਹਦੇ ਅਰਥ ਨਹੀਂ ਕਰਦੇ ਕਿਉਂਕਿ ਆਪਾਂ ਕਥਾ ਅੱਗੇ ਲੈ ਕੇ ਚੱਲਣੀ ਆ, ਪਰ ਕਮਾਲ ਕਰ ਦਿੱਤੀ ਭੱਟਾਂ ਨੇ। ਇਹ ਭੱਟਾਂ ਦਾ ਅਨੁਭਵ ਸੀ ਜਦੋਂ ਪੰਜਵੇਂ ਪਾਤਸ਼ਾਹ ਜੀ ਨੇ ਉਹਨਾਂ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਿਆ, ਉਸ ਵੇਲੇ ਫਿਰ ਉਹਨਾਂ ਨੇ ਜੋ ਉਚਾਰਨ ਕੀਤਾ ਉਹ ਬਾਣੀ ਬਣ ਗਈ। ਬਾਣੀ ਗੁਰੂ ਸਾਹਿਬ ਜੀ ਦੀ ਬਾਣੀ ਹੈ ਇਸ ਵੇਲੇ ਇਹ। ਬਾਬੇ ਸੱਤੇ ਬਲਵੰਡੇ ਤੇ ਜਦੋਂ ਕਿਰਪਾ ਕੀਤੀ ਪੰਜਵੇਂ ਪਾਤਸ਼ਾਹ ਜੀ ਨੇ, ਉਹਨਾਂ ਨੇ 8 ਪੌੜੀਆਂ ਵਿੱਚ 5 ਸਤਿਗੁਰਾਂ ਦੀ ਸਿਫਤ ਕੀਤੀ ਹੈ। ਔਰ ਜੋ ਸਿਫਤ ਕੀਤੀ ਅੱਖਰ ਅੱਖਰ ਉਹਦਾ ਸੱਚ ਹੈ, ਅੱਖਰ ਅੱਖਰ। ਜੋ ਕਹਿੰਦੇ ਨਾ ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤੈਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਿਆ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੂਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਇੰਨੀ ਸਿਫਤ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਤੁਸੀਂ ਅਟਲ ਜੇ, ਅਤੋਲ ਜੇ, ਅਥਾਹ ਜੇ, ਤੁਹਾਡਾ ਕੋਈ ਥਾਂ ਨਹੀਂ ਪਾ ਸਕਦਾ, ਕੋਈ ਵੀ ਬੁੱਧੀ ਦੀ ਤਕੜੀ 'ਚ ਤੋਲ ਕੇ ਨਹੀਂ ਦੱਸ ਸਕਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿੰਨੇ ਕੁ ਸਮਰੱਥ ਨੇ। ਕੋਈ ਤੁਹਾਡਾ ਪਾਰਾਵਾਰ ਨਹੀਂ ਪਾ ਸਕਦਾ। ਇਹ ਜੇ ਬਾਬੇ ਸੱਤੇ ਬਲਵੰਡੇ ਨੇ ਰਾਮਕਲੀ ਰਾਗ 'ਚ ਬਚਨ ਕਹੇ ਨੇ ਤੇ ਸੱਚ ਕਹੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਗਿਆਨ ਬਖਸ਼ਿਆ ਮਹਾਰਾਜ ਨੇ, ਤੇ ਉਹਨਾਂ ਦੇ ਅੰਦਰੋਂ ਉਹ ਜੋ ਉਹਨਾਂ ਨੂੰ ਦਿਖਾਈ ਦਿੱਤਾ, ਜੋ ਸਮਰੱਥਾ ਮਹਾਰਾਜ ਜੀ ਦੀ ਦਿਸੀ, ਉਹ ਉਹਨਾਂ ਨੇ ਕਥਨ ਕੀਤੀ। ਉਹ ਗੁਰੂ ਕੀ ਬਾਣੀ ਹੈ। ਇਸੇ ਤਰ੍ਹਾਂ ਸੰਤਾਂ ਨੇ ਆਖਿਆ, ਉਹ ਤਾਂ ਚੂੜਾਮਣ ਕਵੀ ਨੇ, ਉਹਨਾਂ ਨੇ ਆਪਣੇ ਅਨੁਭਵ ਵਿੱਚੋਂ ਬਹੁਤ ਸਾਰੇ ਬਚਨ ਲਿਖੇ ਆ, ਬਹੁਤ ਸਾਰੇ ਬਚਨ। ਹੁਣ ਆਪਾਂ ਨੂੰ ਕਿੰਤੂ ਫੁਰ ਸਕਦਾ ਭਈ ਉਹ ਆਕਾਸ਼ ਵਿੱਚ ਦੇਵਤੇ ਕਿਹਨੇ ਦੇਖ ਲਏ ਜੀ, ਜਿਹੜੇ ਮਹਾਰਾਜ ਦੇ ਦਰਸ਼ਨ ਕਰਨ ਆਏ ਸੀ ਅੰਤਮ ਸਮੇਂ ਤੇ, ਜਿਨ੍ਹਾਂ ਨੂੰ ਮਹਾਰਾਜ ਨੇ ਗਿਆਨ ਦੇ ਨੇਤਰ ਬਖਸ਼ੇ ਹੁੰਦੇ ਸਾਧ ਸੰਗਤ ਜੀ, ਉਹਨਾਂ ਨੇ ਦੇਖਣੇ ਹੁੰਦੇ ਆ। ਸਾਰਿਆਂ ਦੇ ਕੋਲੇ ਦ੍ਰਿਸ਼ਟੀ ਨਹੀਂ ਹੁੰਦੀ। ਸਿਰਫ ਭੀਖਣ ਸ਼ਾਹ ਸੀ ਜਿਹਨੇ ਚੜ੍ਹਦੇ ਨੂੰ ਉਸ ਦਿਨ ਮੱਥਾ ਟੇਕਿਆ ਸੀ, ਜਿਸ ਦਿਨ ਕਲਗੀਧਰ ਪਾਤਸ਼ਾਹ ਦਾ ਅਵਤਾਰ ਹੋਇਆ। ਸਾਰੇ ਦੇਸ਼ ਨੂੰ ਤਾਂ ਨਹੀਂ ਸੀ ਪਤਾ ਲੱਗਾ ਕਿ ਅੱਜ ਪਟਨੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਆ ਗਿਆ। ਕੋਈ ਕੋਈ ਗੁਰਮੁਖ ਹੁੰਦਾ ਜਿਨ੍ਹਾਂ ਨੂੰ ਅੰਦਰਲਾ ਗਿਆਨ ਮਹਾਰਾਜ ਨੇ ਬਖਸ਼ਿਆ ਹੁੰਦਾ, ਪਰਮੇਸ਼ਰ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਵਰਤਾਰਾ ਹੋ ਰਿਹਾ। ਸਿਰਫ ਉਹਨਾਂ ਨੂੰ ਦਿਖਾਈ ਦਿੰਦਾ। ਭੀਖਣ ਸ਼ਾਹ ਨੂੰ ਦਿਸਿਆ ਵੀ ਪਟਨਾ ਸਾਹਿਬ ਦੀ ਧਰਤੀ ਤੇ ਜਿਸ ਖੁਦਾ ਦੇ ਘਰ ਨੂੰ ਅਸੀਂ ਨਮਸਕਾਰ ਕਰਦੇ ਹਾਂ, ਖੁਦਾ ਜਾਪ ਆ ਗਿਆ, ਤੇ ਉਹਨੇ ਚੜ੍ਹਦੇ ਨੂੰ ਨਮਸਕਾਰ ਕਰ ਦਿੱਤੀ। ਉਸ ਦਿਨ ਸਿਜਦਾ ਹੀ ਚੜ੍ਹਦੇ ਨੂੰ ਕੀਤਾ। ਮਰੀਦਾਂ ਨੇ ਸ਼ੰਕਾ ਕੀਤਾ, ਪੀਰ ਜੀ ਇਹ ਕੀ? ਉਹਨਾਂ ਆਖਿਆ ਬਈ ਅੱਜ ਉਹ ਆਪ ਆ ਗਿਆ ਉੱਧਰ। ਕਹਿੰਦੇ ਕਿਵੇਂ ਮੰਨੀਏ? ਕਹਿੰਦੇ ਆਓ ਚਲੋ ਦਰਸ਼ਨ ਕਰਵਾਵਾਂ ਤੁਹਾਨੂੰ। ਹੁਣ ਭੀਖਣ ਸ਼ਾਹ ਨੂੰ ਉਹਨਾਂ ਦਿਨਾਂ 'ਚ ਕੋਈ ਵਾਇਰਸ ਤਾਂ ਨਹੀਂ ਸੀ ਆਈ, ਨਾ ਕੋਈ ਫੋਨ ਆਇਆ ਸੀ, ਨਾ ਕੋਈ ਟੈਲੀਗ੍ਰਾਮ ਆਈ ਸੀ। ਉਹਨਾਂ ਦੇ ਅੰਦਰ ਪ੍ਰਮਾਤਮਾ ਨੇ, ਖੁਦਾ ਨੇ ਗਿਆਨ ਬਖਸ਼ਿਆ ਸੀ, ਜਿਸ ਗਿਆਨ ਕਰਕੇ ਉਹਨਾਂ ਨੂੰ ਪਤਾ ਸੀ ਅੱਜ ਧਰਤੀ ਤੇ ਇਹ ਵਰਤਾਰਾ ਵਰਤ ਗਿਆ। ਇਸ ਲਈ ਕੁਝ ਗੁਰਮੁਖ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਦਿਖਾਈ ਦੇ ਜਾਂਦਾ ਜੋ ਸਾਨੂੰ ਨਹੀਂ ਦਿਸਦਾ, ਜੋ ਸਧਾਰਨ ਲੋਕਾਂ ਨੂੰ ਨਹੀਂ ਦਿਸਦਾ। ਇਸ ਕਰਕੇ ਆਖਿਆ ਉਹਨਾਂ ਨੂੰ ਚੂੜਾਮਣ ਕਵੀ ਤਾਂ ਕਹਿੰਦੇ, ਉਹਨਾਂ ਦਾ ਅਨੁਭਵ ਖੁੱਲਾ ਸੀ ਭਾਈ। ਇਸ ਲਈ ਉਹ ਸਾਰੇ ਦੇਵਤੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ ਜੀ। ਕਰੇ ਕੁਲਾਹਲ ਅਨੰਤ ਪ੍ਰਕਾਰਾ, ਕਹਿੰਦੇ ਕਈ ਪ੍ਰਕਾਰ ਦੀ ਖੁਸ਼ੀ ਉਹਨਾਂ ਦੇਵਤਿਆਂ ਨੇ ਕੀਤੀ ਜਦੋਂ ਤੀਸਰੇ ਪਾਤਸ਼ਾਹ ਜੀ ਨੇ ਸਰੀਰ ਛੱਡਿਆ ਹੈ। ਜੈ ਜੈ ਧੁਨ ਸਰ ਊਚ ਉਚਾਰਾ, ਉੱਚੀ ਧੁਨ ਦੇ ਨਾਲ ਜੈ ਜੈਕਾਰਾਂ ਕੀਤੀਆਂ ਤੀਸਰੇ ਪਾਤਸ਼ਾਹ ਜੀ ਦੀਆਂ। ਮੰਗਲ ਕਰਤਾ ਅਨੇਕ ਪ੍ਰਕਾਰਨ, ਕਈ ਪ੍ਰਕਾਰ ਦੀਆਂ ਖੁਸ਼ੀਆਂ ਹੋਈਆਂ ਉਸ ਵੇਲੇ ਦੇਵਤਿਆਂ ਵਿੱਚ। ਕਿਉਂਕਿ ਮਹਾਰਾਜ ਨੇ ਆਖਿਆ ਸੀ ਸਾਡੇ ਜਾਣ ਤੋਂ ਬਾਅਦ ਕੋਈ ਸਿੱਖ ਵੀ ਸੋਗ ਨਾ ਕਰੇ, ਰੋਵੇ ਨਾ, ਚਿੰਤਾ ਨਾ ਕਰੇ, ਕਥਾ ਕੀਰਤਨ ਕਰਨੀ, ਕਰਾਉਣੀ ਤੇ ਸੁਣਨੀ ਹੈ। ਇਸੇ ਤਰ੍ਹਾਂ ਉਹਨਾਂ ਨੇ ਵੀ ਖੁਸ਼ੀਆਂ ਹੀ ਮਨਾਈਆਂ ਦੇਵਤਿਆਂ ਨੇ। ਗਾਏ ਅਪਸਰਾ ਪੁਜਾ ਉਸਾਰਨ, ਕਹਿੰਦੇ ਦੇਵੀਆਂ ਆਦਿਕ ਵੀ ਜਿਹੜੀਆਂ ਨੇ ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਗਣ ਮਣੀਆਂ ਕੇ ਖਚਤ ਵਿਸਾਲਾ, ਕਹਿੰਦੇ ਬਹੁਤ ਸੁੰਦਰ ਮਣੀਆਂ, ਕੀਮਤੀ ਮਣੀਆਂ ਦਾ ਜੜਿਆ ਹੋਇਆ ਇੱਕ ਬਵਾਨ ਲੈ ਕੇ ਆਏ ਹਨ। ਆਏ ਬਿਮਾਨ ਸੋ ਕਰ ਤੂ ਜਾਲਾ, ਉਹ ਚਮਕਾ ਮਾਰਦਾ ਹੋਇਆ ਬਵਾਨ ਸੀ ਜਿਹੜਾ ਲੈ ਕੇ ਆਏ ਤੀਸਰੇ ਪਾਤਸ਼ਾਹ ਜੀ ਦੇ ਵਾਸਤੇ ਵਿਸ਼ੇਸ਼ ਕਰਕੇ। ਜਿਸ ਪਰ ਸਤਿਗੁਰ ਤਬ ਆਰੋਹੇ, ਕਹਿੰਦੇ ਉਸ ਸੁੰਦਰ ਮਣੀਆਂ ਜੜਤ ਬਵਾਨ ਦੇ ਉੱਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਸਵਾਰ ਹੋਏ। ਸਰੀਰ ਗੋਇੰਦਵਾਲ ਛੱਡ ਦਿੱਤਾ ਹੈ, ਪਰ ਸੂਖਮ ਸਰੀਰ ਲੈ ਕੇ ਜਿਹੜੇ ਸਾਰੇ ਪ੍ਰਾਣੀ ਆਪਣੇ ਸਥੂਲ ਸਰੀਰ ਨੂੰ ਛੱਡ ਕੇ ਜਾਂਦੇ ਨੇ, ਉਹ ਕਹਿੰਦੇ ਉਸ ਬਵਾਨ ਉੱਤੇ ਅਸਵਾਰ ਹੋਇਆ ਜੀ। ਕੋਟ ਕਾਮ ਛਬ ਪਿਕ ਸਭ ਮੋਹੇ, ਕਹਿੰਦੇ ਇੰਨੀ ਉਸ ਬਵਾਨ ਦੀ ਸੁੰਦਰਤਾ ਸੀ। ਕੋਟ ਕਾਮ ਛਬ, ਕਹਿੰਦੇ ਕਾਮ ਦੇਵਤਾ ਬਹੁਤ ਸੁੰਦਰ ਬਣਿਆ। ਕਹਿੰਦੇ ਕਰੋੜਾਂ ਕਾਮ ਦੇਵਤੇ ਮਹਾਰਾਜ ਜੀ ਦੇ ਚਰਨਾਂ ਬਰਾਬਰ ਵੀ ਨਹੀਂ ਪਹੁੰਚ ਸਕਦੇ, ਇੰਨੀ ਸੁੰਦਰਤਾ ਸੀ। ਜੈ ਜੈ ਧੁਨ ਠਾਨਤ ਸਭ ਬੰਦਾ, ਕਹਿੰਦੇ ਸਾਰੇ ਪਾਸੇ ਮਹਾਰਾਜ ਜੀ ਦੀਆਂ ਜੈ ਜੈਕਾਰਾਂ ਹੋਈਆਂ, ਸਾਰਿਆਂ ਨੇ ਬੰਦਨਾ ਕੀਤੀ ਜੀ। ਦਰਸ਼ਨ ਦੇਖ ਦਿਰਦ ਆਨੰਦ, ਮਹਾਰਾਜ ਜੀ ਦੇ ਅੰਤਮ ਦਰਸ਼ਨ ਕੀਤਿਆਂ ਵੀ ਹਿਰਦੇ ਨੂੰ ਆਨੰਦ ਆ ਰਿਹਾ ਹੈ। ਸੁਰ ਬਿਮਾਨ ਚੌਦਿਸ ਹੋਏ ਚਾਲੇ, ਕਹਿੰਦੇ ਨੇ ਫਿਰ ਉਸ ਬਵਾਨ ਨੂੰ ਲੈ ਕੇ ਦੇਵਤੇ
ਚੱਲ ਪਏ ਹਨ ਜੀ। ਗੁਰੂ ਬਿਰਾਜਾ ਬੀਚ ਬਿਸਾਲੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਸ ਸੁੰਦਰ ਬਬਾਨ ਵਿੱਚ ਬਿਰਾਜਮਾਨ ਹਨ ਤੇ ਆਲੇ ਦੁਆਲੇ ਸਾਰੇ ਦੇਵਤੇ ਹਨ। ਅਨਕ ਭਾਂਤ ਕੇ ਮੰਗਲ ਗਾਵਤ। ਕਈ ਪ੍ਰਕਾਰ ਦੇ ਮੰਗਲ ਦਾ ਅਰਥ ਹੁੰਦਾ ਖੁਸ਼ੀਆਂ, ਕਈ ਪ੍ਰਕਾਰ ਦੀਆਂ ਖੁਸ਼ੀਆਂ ਉਹ ਕਰਦੇ ਹਨ। ਇਮ ਸਭ ਚਲੇ ਜਾਤ ਸੁਖ ਪਾਵਤ। ਇਉਂ ਲੈ ਕੇ ਸੱਚੇ ਪਾਤਸ਼ਾਹ ਜੀ ਦੀ ਜਿਹੜਾ ਸੂਖਮ ਸਰੀਰ ਆਪਾਂ ਕਹਿ ਲਈਏ ਉਹਨੂੰ ਚਲੇ ਗਏ। ਹਾਲਾਂਕਿ ਬ੍ਰਹਮ ਗਿਆਨੀ ਦੇ ਤੱਤਾਂ 'ਚ ਵਿਲੀਨ ਹੋਣੇ ਹੁੰਦੇ ਨੇ, ਪਰ ਜਿਹੜੇ ਵੀ ਮਹਾਰਾਜ ਜੀ ਦੇ ਦਰਸ਼ਨ ਲਈ ਆਏ ਉਹਨਾਂ ਨੂੰ ਸਤਿਗੁਰੂ ਜੀ ਨੇ ਦਰਸ਼ਨ ਵੀ ਬਖਸ਼ਣੇ ਹੁੰਦੇ ਹਨ। ਗਮਤ ਸਕਤ ਜਿਸ ਜਿਸ ਕੀ ਜਹਾਂ। ਕਹਿੰਦੇ ਜਿਸ ਦੀ ਜਿੱਥੋਂ ਤੱਕ ਜਾਣ ਦੀ ਪਹੁੰਚ ਸੀ ਉਥੋਂ ਤੱਕ ਉਹ ਮਹਾਰਾਜ ਜੀ ਦੀ ਬਬਾਨ ਨਾਲ ਗਿਆ ਜੀ। ਕਰ ਕਰ ਨਮੋ ਸਥਿਰ ਥੇ ਤਹਾਂ। ਤੇ ਫਿਰ ਜਿਹਦੀ ਪਹੁੰਚ ਮੁੱਕ ਗਈ ਉਥੋਂ ਮੱਥਾ ਟੇਕ ਕੇ ਵਾਪਸ ਹੋ ਜਾਂਦਾ ਹੈ। ਪਰਮ ਧਾਮ ਬੈਕੁੰਠ ਮਝਾਰਾ। ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪਰਮ ਧਾਮ ਬੈਕੁੰਠ ਦਾ ਅਰਥ ਹੈ ਸੱਚਖੰਡ, ਜਿਹੜਾ ਉਹਨਾਂ ਦਾ ਨਿਜ ਟਿਕਾਣਾ ਹੈ ਸੱਚੇ ਪਾਤਸ਼ਾਹ ਜੀ ਦਾ, ਉੱਥੇ ਪਹੁੰਚ ਗਏ ਹਨ। ਪਹੁੰਚਤ ਭੇ ਸਤਿਗੁਰੂ ਉਦਾਰਾ। ਦਾਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੇ ਸਥਾਨ ਸੱਚਖੰਡ ਵਿਖੇ ਪਹੁੰਚ ਗਏ ਹਨ। ਪਰਮ ਜੋਤ ਮੈਂ ਜੋਤ ਸਮਾਨੀ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਗੁਣ ਸਰੂਪ ਵਿੱਚ ਆ, ਜਿਹਨੇ ਸਰਗੁਣ ਸਰੂਪ ਧਾਰਨ ਕੀਤਾ ਦਸਾਂ ਪਾਤਸ਼ਾਹੀਆਂ ਦਾ, ਉਹ ਜੋਤ ਇੱਕਮਿਕ ਹੋ ਗਈ। ਨਿਰਗੁਣ ਤੇ ਸਰਗੁਣ ਉੱਥੇ ਜਾ ਕੇ ਇੱਕ ਹੋ ਗਿਆ ਜੀ। ਜਥਾ ਮਿਲੇ ਪਾਨੀ ਸੰਗ ਪਾਨੀ। ਜਿਵੇਂ ਪਾਣੀ 'ਚ ਮਿਲ ਕੇ ਇੱਕ ਰੂਪ ਹੋ ਜਾਂਦਾ, ਐਵੇਂ ਇਹ ਜੋਤ ਪਰਮ ਜੋਤ ਵਿੱਚ ਮਿਲ ਕੇ ਇੱਕ ਰੂਪ ਹੋ ਗਈ ਹੈ। ਗੋਇੰਦਵਾਲ ਮਿਲੇ ਨਰ ਨਾਰੀ। ਕਹਿੰਦੇ ਉਧਰ ਤਾਂ ਇਦਾਂ ਹੋਇਆ ਤੇ ਹੁਣ ਆ ਜਾਓ ਗੋਇੰਦਵਾਲ ਸਾਹਿਬ, ਜਿੱਥੇ ਤੀਸਰੇ ਪਾਤਸ਼ਾਹ ਜੀ ਦਾ ਸਰੀਰ ਹੈ ਛੱਡ ਦਿੱਤਾ ਮਹਾਰਾਜ ਜੀ ਨੇ, ਤੇ ਉਹਨਾਂ ਦਾ ਇਹ ਸਰੀਰ ਅੰਤਮ ਸੰਸਕਾਰ ਜੀ ਦਾ ਕਰਨਾ ਉਹ ਪਿਆ ਗੋਇੰਦਵਾਲ। ਉਸ ਸਰੀਰ ਦੇ ਕੋਲ ਸੰਗਤਾਂ ਬੈਠੀਆਂ ਹਨ। ਧੰਨ ਧੰਨ ਸਤਿਗੁਰੂ ਉਚਾਰੀ। ਸਾਰੀਆਂ ਸੰਗਤਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਇਦਾਂ ਕਹਿ ਰਹੇ ਹਨ। ਨਿਰਮਰ ਨੀਰ ਵਿਪਾਸਾ ਨੀਨ। ਕਹਿੰਦੇ ਨੇ ਫਿਰ ਬਿਆਸ ਦਰਿਆ ਦਾ ਜਿਹੜਾ ਨਿਰਮਲ ਨੀਰ ਸੀ, ਪਾਣੀ ਜਲ ਸੀ, ਉਹ ਲਿਆਂਦਾ ਜੀ। ਗੁਰ ਤਨ ਕੋ ਮੱਜਨ ਸੁਭਕੀਨ। ਫਿਰ ਜਿਹੜੇ ਸ਼੍ਰੋਮਣੀ ਸਿੱਖ ਸਨ, ਹਜੂਰੀ ਸਿੱਖ ਮਹਾਰਾਜ ਜੀ ਦੇ, ਉਹਨਾਂ ਨੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਹੈ। ਸਤਿਗੁਰ ਰਾਮਦਾਸ ਤਬ ਲਾਗੇ। ਕਹਿੰਦੇ ਇਸ਼ਨਾਨ ਕਰਾਉਣ ਲਈ ਕੌਣ ਲੱਗੇ? ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮੋਹਰੀ ਔਰ ਅਨੁਰਾਗੇ। ਤੇ ਦੂਸਰੇ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਲੱਗੇ ਹਨ। ਭਾਈ ਸਾਹਿਬ ਬੁੱਢਾ ਮਿਲ ਕੇ। ਤੇ ਤੀਸਰੇ ਬਾਬਾ ਬੁੱਢਾ ਸਾਹਿਬ ਜੀ ਸ਼੍ਰੋਮਣੀ ਸਿੱਖ, ਉਹ ਮਹਾਰਾਜ ਜੀ ਦਾ ਇਸ਼ਨਾਨ ਕਰਵਾ ਰਹੇ ਹਨ। ਸੇਵਕ ਬੱਲੂ ਇਨ ਸੋ ਰਲ ਕੇ। ਤੇ ਚੌਥੇ ਉਹਨਾਂ ਦੇ ਨਾਲ ਭਾਈ ਬੱਲੂ ਜੀ ਹਨ, ਬ੍ਰਹਮ ਗਿਆਨੀ ਆਤਮ ਗਿਆਨੀ, ਜਿਨ੍ਹਾਂ ਨੂੰ ਮਹਾਰਾਜ ਨੇ ਆਖਿਆ ਸੀ ਤੂੰ ਤੇ ਮੈਂ ਹੁਣ ਇੱਕ ਹੋ ਚੁੱਕੇ ਆ। ਇਹ ਚਾਰ ਜਿਹੜੇ ਨੇ ਬਾਬਾ ਮੋਹਰੀ ਜੀ, ਬਾਬਾ ਬੁੱਢਾ ਜੀ, ਭਾਈ ਬੱਲੂ ਜੀ, ਤੇ ਚੌਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਇਹਨਾਂ ਨੇ ਇਸ਼ਨਾਨ ਕਰਵਾਇਆ ਤੀਸਰੇ ਪਾਤਸ਼ਾਹ ਜੀ ਦੇ ਸਰੀਰ ਦਾ। ਤਨ ਸਨਾਨ ਗੁਰ ਕੋ ਕਰਵਾਏ। ਕਹਿੰਦੇ ਗੁਰੂ ਸਾਹਿਬ ਜੀ ਦੇ ਸਰੀਰ ਦਾ ਇਸ਼ਨਾਨ ਕਰਵਾ ਕੇ ਤਬ ਬਿਬਾਨ ਪਰ ਤਬ ਪੋੜ ਆਏ। ਇੱਕ ਬਹੁਤ ਸੁੰਦਰ ਬਿਬਾਨ ਤਿਆਰ ਕੀਤਾ ਗਿਆ ਜੀ, ਜਿਸ ਦੇ ਉੱਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਸਰੀਰ ਇਸ਼ਨਾਨ ਕਰਵਾ ਕੇ ਰੱਖਿਆ ਗਿਆ ਹੈ। ਚਾਰੋਂ ਨੇ ਨਿਜ ਕੰਧ ਉਚਾਏ। ਕੰਧ ਕਹਿੰਦੇ ਮੋਢੇ ਨੂੰ। ਫਿਰ ਇਹਨਾਂ ਹੀ ਚਾਰਾਂ ਨੇ ਆਪਣੇ ਮੋਢਿਆਂ ਉੱਤੇ ਉਹ ਬਿਬਾਨ ਚੱਕ ਲਿਆ ਜਿਸ ਉੱਤੇ ਤੀਸਰੇ ਪਾਤਸ਼ਾਹ ਜੀ ਦਾ ਸਰੀਰ ਰੱਖਿਆ ਸੀ। ਕਿਹਨਾਂ ਚਾਰਾਂ ਨੇ? ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਮੋਹਰੀ ਜੀ ਤੇ ਭਾਈ ਬੱਲੂ ਜੀ। ਚਾਰਾਂ ਨੇ ਆਪਣੇ ਮੋਢਿਆਂ ਤੇ ਚੱਕਿਆ ਉਹ ਜੀ। ਅਪਰ ਲੋਕ ਲਾਗੇ ਸਮੁਦਾਏ। ਬਾਕੀ ਜਿੰਨੇ ਸਿੱਖ ਸੰਗਤਾਂ ਸਨ ਸਾਰੀਆਂ ਪਿੱਛੇ ਤੁਰ ਪਈਆਂ ਜੀ। ਬਹੁਤ ਸੰਕਨ ਕੀ ਧੁਨੀ ਉਠਾਈ। ਕਹਿੰਦੇ ਬਹੁਤ ਸੰਖ ਵਾਜੇ ਉਸ ਵੇਲੇ ਵੱਜੇ ਹਨ। ਲਾਜਾ ਪੁਸ਼ਪ ਬਹੁ ਬਰਖਾਈ। ਬਹੁਤ ਸਾਰੇ ਫੁੱਲਾਂ ਦੀ ਵਰਖਾ ਕੀਤੀ ਗਈ ਮਹਾਰਾਜ ਜੀ ਦੇ ਸਰੀਰ ਉੱਪਰ, ਉਸ ਬਬਾਨ ਉੱਪਰ। ਪੌਤਰੇ ਸਰਬ ਗੁਰੂ ਕੇ ਆਏ। ਗੁਰੂ ਸਾਹਿਬ ਜੀ ਦੇ ਪੋਤਰੇ ਵੀ ਉਸ ਵਿੱਚ ਸ਼ਾਮਲ ਹੋਏ ਹਨ। ਕਰ ਮੈਂ ਲੀਨੇ ਚੌਰ ਟੁਰਾਏ। ਕਹਿੰਦੇ ਨੇ ਹੱਥ ਵਿੱਚ ਚੌਰ ਲੈ ਕੇ ਤੇ ਇੱਕ ਸਿੱਖ ਮਹਾਰਾਜ ਜੀ ਦੇ ਸਰੀਰ ਉੱਪਰ ਚੌਰ ਕਰਦਾ ਪਿਆ ਹੈ। ਸ਼ਬਦ ਰਬਾਬੀ ਗਾਵਨ ਕਰਹੀ। ਮਹਾਰਾਜ ਜੀ ਦੇ ਬਬਾਨ ਦੇ ਅੱਗੇ ਜਿਹੜੇ ਰਬਾਬੀ ਸਿੰਘ ਨੇ ਉਹ ਬਾਣੀ ਦਾ ਕੀਰਤਨ ਕਰਦੇ ਜਾਂਦੇ ਹਨ। ਵੇਦ ਧੁਨੀ ਬਰ ਵਿਪਰ ਉਚਰਹੀ। ਜਿਹੜੇ ਦੂਸਰੇ ਮੱਤਾਂ ਦੇ ਲੋਕ ਨੇ ਉਹ ਆਪਣੇ ਮਤ ਅਨੁਸਾਰ ਮਹਾਰਾਜ ਜੀ ਦੀ ਜੈ ਜੈਕਾਰ ਕਰ ਰਹੇ ਹਨ। ਕੰਚਨ ਆਦ ਦਰਬਰ ਖਾਵੇ। ਕਹਿੰਦੇ ਨੇ ਬਹੁਤ ਸਾਰਾ ਧਨ ਉਸ ਵੇਲੇ ਗਰੀਬਾਂ ਨੂੰ, ਲੋੜਵੰਦਾਂ ਨੂੰ ਦਿੱਤਾ ਗਿਆ। ਸਹਿਤ ਸੁਗੰਧ ਫੂਲ ਬਹੁ ਲਿਆਵੇ। ਕਹਿੰਦੇ ਨੇ ਬਹੁਤ ਸਾਰੇ ਫੁੱਲ ਲਿਆਂਦੇ ਗਏ ਉਸ ਵੇਲੇ ਜੀ। ਉੱਪਰ ਡਾਰਤ ਜਾਨ ਬਿਮਾਨ। ਕਹਿੰਦੇ ਮਹਾਰਾਜ ਜੀ ਦੇ ਬਬਾਨ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਹੈ। ਪਹੁੰਚੇ ਤੀਰ ਵਿਪਾਸਾ ਥਾਨ। ਇਉਂ ਤੀਸਰੇ ਪਾਤਸ਼ਾਹ ਜੀ ਦਾ ਸਰੀਰ ਲੈ ਕੇ ਸਾਰੀਆਂ ਸਿੱਖ ਸੰਗਤਾਂ ਤੇ ਚੌਥੇ ਪਾਤਸ਼ਾਹ ਜੀ ਬਿਆਸ ਦਰਿਆ ਦੇ ਕਿਨਾਰੇ ਤੇ ਪਹੁੰਚ ਗਏ। ਸੁੰਦਰ ਪਾਵਨ ਥਲ ਕੋ ਹੇਰਾ। ਇੱਕ ਬਹੁਤ ਸੁੰਦਰ ਥਾਂ ਜਿਹੜਾ ਸਾਫ਼ ਸੁਥਰਾ ਕੀਤਾ ਹੋਇਆ ਸੀ। ਜਬ ਤਿਲ ਚੰਦਨ ਆਏ ਕਨੇਰਾ। ਉਸ ਥਾਂ ਤੇ ਚੰਦਨ ਦੀ ਇੱਕ ਚਿਖਾ ਤਿਆਰ ਕੀਤੀ ਗਈ ਸੀ। ਸੰਗ ਹਜ਼ਾਰੋਂ ਨਰਕੀ ਭੀਰ। ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਵੇਲੇ ਭੀੜ ਸੀ ਸੰਗਤਾਂ ਦੀ ਜਦੋਂ ਤੀਸਰੇ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਕਰਨ ਲੱਗੇ। ਕਰੇ ਉਤਾਰਨ ਸਲਤਾ ਨੀਰ। ਕਹਿੰਦੇ
ਨੇ ਫਿਰ ਉਸ ਬਿਆਸ ਦਰਿਆ ਦੇ ਕਿਨਾਰੇ ਤੇ ਉਹ ਬਵਾਨ ਰੱਖ ਦਿੱਤਾ ਇੱਕ ਸੁੰਦਰ ਜਗ੍ਹਾ ਤੇ। राज चंदन की चिखा विसाला, ਫਿਰ ਚੰਦਨ ਦੀਆਂ ਲੱਕੜਾਂ ਦੀ ਇੱਕ ਚਿਖਾ ਤਿਆਰ ਕੀਤੀ ਗਈ ਜੀ। घोर तन तिस पर धर तत्काला, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਵਿੱਤਰ ਸਰੀਰ ਸੀ ਉਸ ਚੰਦਨ ਦੀ ਚਿਖਾ ਦੇ ਉੱਪਰ ਰੱਖ ਦਿੱਤਾ। बहुत सुगंध अर घृत को पाए, ਕਹਿੰਦੇ ਘ੍ਰਿਤ ਘਿਓ ਨੂੰ ਕਹਿੰਦੇ ਨੇ, ਦੇਸੀ ਘੇ ਤੇ ਬਹੁਤ ਸਾਰੀਆਂ ਸੁਗੰਧੀਆਂ ਹੋਰ ਜਿਹੜੀਆਂ ਸਾ ਉਹ ਚੰਦਨ ਦੀ ਚਿਖਾ ਦੇ ਉੱਪਰ ਪਾਈਆਂ ਗਈਆਂ। सतगुर अमर नाम स्मरावे, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਚੇਤੇ ਕੀਤਾ ਸਾਰਿਆਂ ਨੇ। अगन मोहरी कर्म में धारी, ਕਹਿੰਦੇ ਫਿਰ ਬਲਦੀ ਹੋਈ ਜਿਹੜਾ ਚੰਡਾ ਸੀ ਨਾ ਅਗਨੀ ਅੱਗ ਦਿਖਾਉਣ ਲਈ ਉਹ ਬਾਬਾ ਮੋਹਰੀ ਜੀ ਨੇ ਆਪਣੇ ਹੱਥ 'ਚ ਫੜੀ ਹੈ। सिर दस्ते पुन सब दिस बारी, ਕਹਿੰਦੇ ਸਿਰ ਦਿਸ ਤੇ ਸਭ ਦਿਸ, ਸਿਰ ਵਾਲੇ ਪਾਸਿਓਂ ਸ਼ੁਰੂ ਕਰਕੇ ਤੇ ਸਾਰੀ ਜਿਹੜੀ ਚਿਖਾ ਸੀ ਉਹਨੂੰ ਬਾਬਾ ਮੋਹਰੀ ਜੀ ਨੇ ਚੰਡਾ ਲਾ ਦਿੱਤਾ ਜੀ। करी कपाल क्रिया जिस काल, ਕਹਿੰਦੇ ਜਦੋਂ ਅੱਧੇ ਤੋਂ ਵੱਧ ਅੰਤਮ ਸੰਸਕਾਰ ਮਹਾਰਾਜ ਜੀ ਦਾ ਹੋ ਗਿਆ। उठे मोहरी के सब नाल, ਕਹਿੰਦੇ ਉਸ ਵੇਲੇ ਬਾਬਾ ਮੋਹਰੀ ਜੀ ਤੇ ਸਾਰੀਆਂ ਸਿੱਖ ਸੰਗਤਾਂ ਉੱਠ ਕੇ ਨਮਸਕਾਰ ਕਰਕੇ नीर विपासा कीन स्नान, ਸਾਰਿਆਂ ਨੇ ਉੱਠ ਕੇ ਤੇ ਬਿਆਸ ਦਰਿਆ ਵਿੱਚ ਇਸ਼ਨਾਨ ਕੀਤਾ ਹੈ। पेत को करियो तिलाजुल दान, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਸਾਰਿਆਂ ਨੇ। तहते मंद मंद चल आए, ਜਦੋਂ ਫਿਰ ਸੰਸਕਾਰ ਹੋ ਗਿਆ ਤੇ ਉੱਥੋਂ ਸਾਰੀਆਂ ਸਿੱਖ ਸੰਗਤਾਂ ਹੌਲੀ ਹੌਲੀ ਚੱਲਦੀਆਂ ਵਾਪਸ ਆ ਗਈਆਂ। बैठ बाप का भर समुदाय, ਬਾਪ ਕਾ ਬੌਲੀ ਨੂੰ ਕਹਿੰਦੇ ਵਾਪਸ ਆਣ ਕੇ ਬੌਲੀ ਸਾਹਿਬ ਦੇ ਕੋਲ ਸਾਰੀਆਂ ਸੰਗਤਾਂ ਬੈਠ ਗਈਆਂ ਹਨ ਜੀ। गुण गन सिमरा सब गुर केरे, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਣਾਂ ਨੂੰ ਚੇਤੇ ਕਰਨ ਲੱਗ ਪਏ ਹਨ। अस प्रताप हम किसू न हेरे, ਕੀ ਕਹਿ ਰਹੇ ਨੇ ਸਾਰੇ ਹੁਣ ਬੌਲੀ ਸਾਹਿਬ ਦੇ ਕੋਲ ਬੈਠ ਕੇ, ਕਹਿੰਦੇ ਇਸ ਤਰ੍ਹਾਂ ਦਾ ਪ੍ਰਤਾਪ ਕਦੀ ਕਿਸੇ ਦਾ ਦੁਨੀਆ ਤੇ ਨਹੀਂ ਦੇਖਿਆ ਜਿਸ ਤਰ੍ਹਾਂ ਦਾ ਤੀਸਰੇ ਪਾਤਸ਼ਾਹ ਜੀ ਦਾ ਦੇਖਿਆ। धर्म राय की कान चुकाई, ਕਹਿੰਦੇ ਧਰਮ ਰਾਜੇ ਦੀ ਤਾਂ ਕਾਣ ਹੀ ਚੁਕਾ ਦਿੱਤੀ ਤੀਸਰੇ ਪਾਤਸ਼ਾਹ ਜੀ ਨੇ। गोविंदवाल ने किस मृत पाई, ਕਿਉਂਕਿ ਗੋਇੰਦਵਾਲ ਨੇ ਕਿਸ ਮ੍ਰਿਤ ਪਾਈ। ਕਹਿੰਦੇ ਗੋਇੰਦਵਾਲ ਦੀ ਧਰਤੀ ਤੇ ਮੌਤ ਨਹੀਂ ਆਉਣ ਦਿੱਤੀ 22 ਸਾਲ ਗੁਰੂ ਅਮਰਦਾਸ ਸੱਚੇ। ਕਹਿੰਦੇ ਧਰਮਰਾਜ ਦਾ ਤਾਂ ਹੁਕਮ ਹੀ ਬੰਦ ਕਰ ਦਿੱਤਾ, ਗੋਇੰਦਵਾਲ ਉੱਤੇ ਉਹਦੀ ਕੋਈ ਚਾਲ ਹੀ ਨਹੀਂ ਸੀ, ਪੇਸ਼ ਹੀ ਨਹੀਂ ਸੀ ਜਾਂਦੀ। ਇਸ ਤਰ੍ਹਾਂ ਦਾ ਪ੍ਰਤਾਪ ਕਹਿੰਦੇ ਕਦੀ ਕਿਸੇ ਦਾ ਨਹੀਂ ਦੇਖਿਆ ਜਿਹਨੇ ਮੌਤ ਰੋਕ ਕੇ ਰੱਖੀ ਹੋਵੇ ਗੋਇੰਦਵਾਲ ਦੀ ਧਰਤੀ ਤੇ। ਕਿਉਂਕਿ ਬਚਨ ਕੀਤਾ ਸੀ ਤੀਸਰੇ ਪਾਤਸ਼ਾਹ ਜੀ ਨੇ ਜਦੋਂ ਉਹ ਮਾਈ ਦੇ ਪੁੱਤਰ ਨੇ ਚੜ੍ਹਾਈ ਕੀਤੀ, ਜਿਹਨੂੰ ਜਿਉਂਦਾ ਕੀਤਾ ਤੀਸਰੇ ਪਾਤਸ਼ਾਹ ਨੇ, ਉਦੋਂ ਆਖਿਆ ਸੀ ਗੋਇੰਦਵਾਲ ਦੀ ਧਰਤੀ ਤੇ ਕੋਈ ਪ੍ਰਾਣੀ ਚੜ੍ਹਾਈ ਨਹੀਂ ਕਰੇਗਾ। इस ते पर पर वड्याई, ਕਹਿੰਦੇ ਇਹਦੇ ਤੋਂ ਵੱਡੀ ਹੋਰ ਵਡਿਆਈ ਕਿਸੇ ਦੀ ਕੀ ਹੋ ਸਕਦੀ ਹੈ। कर उपकार कहो क्या पाई, ਕਹਿੰਦੇ ਇਹਦੋਂ ਵੱਡਾ ਪਰਉਪਕਾਰ ਕੌਣ ਕਰ ਸਕਦਾ ਹੈ ਤੇ ਕਿਹਨੇ ਐਡਾ ਪਰਉਪਕਾਰ ਕਰਕੇ ਇੰਨੀ ਵਡਿਆਈ ਪ੍ਰਾਪਤ ਕੀਤੀ ਹੋਵੇਗੀ ਦੁਨੀਆ ਤੇ ਕਿਸੇ ਨੇ ਨਹੀਂ ਕੀਤੀ। ਇਹ ਹੁਣ ਸੰਗਤਾਂ ਬੌਲੀ ਸਾਹਿਬ ਦੇ ਕੋਲ ਬੈਠ ਕੇ ਇਦਾਂ ਬਚਨ ਆਪੋ ਵਿੱਚ ਦੀ ਕਰਦੇ ਪਏ ਹਨ। रामचंद के राज मझारा, ਕੁਝ ਵਿੱਚੋਂ ਸਿੱਖਾਂ ਨੇ ਆਖਿਆ ਵੀ ਸੁਣਿਆ ਹੈ ਵੀ ਰਾਮਚੰਦਰ ਜੀ ਦੇ ਰਾਜ ਵਿੱਚ, हमने सुनियो प्यो तिस बारा, ਕਹਿੰਦੇ ਇੱਕ ਇਦਾਂ ਦਾ ਵਰਤਾਰਾ ਸੁਣਿਆ ਵੀ ਰਾਮਚੰਦਰ ਜੀ ਦੇ ਰਾਜ ਵਿੱਚ ਵੀ ਇਦਾਂ ਹੋਇਆ ਸੀ। वृद्धन आगे मरियो ना बालक, ਕੀ ਹੋਇਆ ਸੀ ਭਈ ਕਹਿੰਦੇ ਉਹਨਾਂ ਦੇ ਰਾਜ ਵਿੱਚ ਕਿਸੇ ਬਜ਼ੁਰਗ ਦੇ ਅੱਗੇ ਕੋਈ ਜਵਾਨ ਬੱਚਾ ਨਹੀਂ ਸੀ ਚੜ੍ਹਾਈ ਕੀਤਾ ਜਿੰਨੀ ਦੇਰ ਉਹਨਾਂ ਨੇ ਰਾਜ ਕੀਤਾ। ओ मृत भाजिवाए तत्कालिक, ਕਹਿੰਦੇ ਜੇ ਕੋਈ ਚੜ੍ਹਾਈ ਕਰ ਜਾਂਦਾ ਸੀ ਤੇ ਉਹਨੂੰ ਉਸ ਵੇਲੇ ਉਹ ਜਿਉਂਦਾ ਕਰ ਦਿੰਦੇ ਸੀ, ਪਰ ਬਿਰਧ ਮਾਤਾ ਪਿਤਾ ਦੇ ਸਾਹਮਣੇ ਉਹਦਾ ਬੱਚਾ ਨਹੀਂ ਸੀ ਚੜ੍ਹਾਈ ਕਰਦਾ। ਕਹਿੰਦੇ ਏਦਾਂ ਸੁਣਿਆ ਹੈ। इनके नगर वृद्ध सिस तरुण, ਪਰ ਕਹਿੰਦੇ ਇੱਥੇ ਇਨਕੇ ਨਗਰ ਬ੍ਰਿਧ ਸਿਸ ਤਰਨ, ਬ੍ਰਿਧ ਬਜ਼ੁਰਗ, ਸਿਸ ਬਾਲਕ, ਤਰਨ ਜਵਾਨ। ਕਹਿੰਦੇ ਉੱਥੇ ਤੇ ਸਿਰਫ ਇਹ ਸੁਣਿਆ ਅਸੀਂ ਵੀ ਰਾਮਚੰਦਰ ਜੀ ਦੇ ਰਾਜ ਵਿੱਚ ਕੋਈ ਬਜ਼ੁਰਗਾਂ ਦੇ ਸਾਹਮਣੇ ਉਹਨਾਂ ਦਾ ਬੱਚਾ ਚੜ੍ਹਾਈ ਨਹੀਂ ਸੀ ਕਰਦਾ। ਪਰ ਕਹਿੰਦੇ ਇੱਥੇ ਗੋਇੰਦਵਾਲ ਦੀ ਧਰਤੀ ਤੇ ਨਾ ਕੋਈ ਬਜ਼ੁਰਗ ਚੜ੍ਹਾਈ ਕੀਤਾ, ਨਾ ਕੋਈ ਬੱਚਾ ਚੜ੍ਹਾਈ ਕੀਤਾ, ਨਾ ਕੋਈ ਜਵਾਨ ਚੜ੍ਹਾਈ ਕੀਤਾ। ਇੱਥੇ ਤਾਂ ਮੌਤ ਆਈ ਨਹੀਂ, ਰੋਕ ਹੀ ਛੱਡੀ ਮਹਾਰਾਜ ਜੀ ਨੇ। भयो नहीं किसहू को मरण, ਕਹਿੰਦੇ ਕਿਸੇ ਦਾ ਮਰਨ ਹੋਇਆ ਹੀ ਨਹੀਂ। ਐਸਾ ਸੱਚੇ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਸੀ। जो मर गए उथ जियो जवाए, ਕਹਿੰਦੇ ਇੱਕ ਪ੍ਰਾਣੀ ਚੜ੍ਹਾਈ ਕਰ ਗਿਆ ਸੀ ਤੇ ਉਹ ਵੀ ਤੀਸਰੇ ਪਾਤਸ਼ਾਹ ਜੀ ਨੇ ਜਿਉਂਦਾ ਕਰ ਦਿੱਤਾ। इत्यादि गुण गुर समुदाय, ਇਹ ਇਤਿਹਾਦਿਕ ਤੀਸਰੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਸਾਰੇ ਸਿੱਖ ਬੈਠ ਕੇ ਚੇਤੇ ਕਰ ਰਹੇ ਹਨ। सिमरै शोक न करे कोई, ਫਿਰ ਮਹਾਰਾਜ ਜੀ ਦੇ ਇਸ ਬਚਨ ਨੂੰ ਚੇਤੇ ਕੀਤਾ। ਮਹਾਰਾਜ ਨੇ ਆਖਿਆ ਸੀ ਸੋਗ ਨਾ ਕਰਿਓ ਭਾਈ ਕੋਈ, ਕਥਾ ਕੀਰਤਨ ਕਰਵਾਉਣਾ ਸਾਡੇ ਜਾਣ ਤੋਂ ਬਾਅਦਾਂ ਕਿਸੇ ਨੇ ਰੋਣਾ ਨਹੀਂ ਹੈ। ਇਹ ਬਚਨ ਚੇਤੇ ਕੀਤਾ ਜੀ। गुर को बाक उचारत सोई, ਕਹਿੰਦੇ ਫਿਰ ਸਿਆਣਿਆਂ ਨੇ ਗੁਰੂ ਸਾਹਿਬ ਜੀ ਦੇ ਇਸ ਬਚਨ ਨੂੰ ਵਾਰ-ਵਾਰ ਚੇਤੇ ਕਰਵਾਇਆ ਸੰਗਤਾਂ ਨੂੰ, ਭਾਈ ਕੋਈ ਚਿੰਤਾ ਨਾ ਕਰਿਓ, ਕੋਈ ਸੋਗ ਨਾ ਕਰਿਓ। हमें बसायो सब सुख दीने, ਹੁਣ ਆਪੋ ਵਿੱਚ ਦੀ ਕਹਿੰਦੇ ਸਾਨੂੰ ਸੁਖ ਦੇਣ ਵਾਸਤੇ ਮਹਾਰਾਜ ਜੀ ਨੇ ਗੋਇੰਦਵਾਲ ਵਸਾਇਆ, ਸਾਨੂੰ ਸੁਖ ਦੇਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਪਰਉਪਕਾਰ ਕੀਤੇ ਹਨ। सो ना होए चित चिंता पीने, ਕਹਿੰਦੇ ਉਹ ਸੁਖ ਨਹੀਂ ਹੁਣ ਮਿਲਣਗੇ, ਇਸ ਕਰਕੇ ਚੇਤਨ ਨੂੰ ਚਿੰਤਾ ਹੋ ਰਹੀ। ਬਾਬਾ ਬੁੱਢਾ ਜੀ ਉਸੇ ਉਵੇਂ ਅਸੀਂ ਸੋਗ ਨਹੀਂ ਕਰਦੇ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤੇ ਮੌਤ ਰੋਕ ਰੱਖੀ ਸੀ ਇਦੋਂ ਤੱਕ। ਮਹਾਰਾਜ ਨੇ ਆਖਿਆ ਸੀ ਜਦੋਂ ਤੱਕ ਸਾਡਾ ਸਰੀਰ ਹੈ ਉਦੋਂ ਤੱਕ ਮੌਤ ਨਹੀਂ ਹੋਵੇਗੀ ਕਿਸੇ ਦੀ। ਇਹ ਸੋਚ ਕੇ ਸਾਡੇ ਚੇਤਨ ਨੂੰ ਚਿੰਤਾ ਲੱਗੀ ਵੀ ਉਹ ਜਿਹੜੀ ਕਿਰਪਾ ਹੁਣ ਕੌਣ ਕਰੇਗਾ। दोहरा चंद अगन रसमई गेन पादो पूर्णमास, ਜਿਸ ਦਿਨ ਇਹ ਤੀਸਰੇ ਪਾਤਸ਼ਾਹ ਜੀ ਨੇ ਸਰੀਰ ਛੱਡਿਆ ਤੇ ਉਹਨਾਂ ਦਾ ਸਾਧ ਸੰਗਤ ਜੀ ਅੰਤਮ ਸੰਸਕਾਰ ਕੀਤਾ ਤੇ ਉਸ ਵੇਲੇ ਕਹਿੰਦੇ ਨੇ
ਸੋ ਚੰਦ ਅਗਨ ਰਾਸ ਮਹੀ ਗਿਨ ਭਾਦੋਂ ਪੂਰਨ ਮਾਸ। ਕਮਾਲ ਹੀ ਕਰ ਦਿੱਤੀ। ਐਵੇਂ ਚੂੜਾਮਣ ਕਵੀ ਨਹੀਂ ਕਹਿੰਦੇ ਭਾਈ ਸੰਤੋਖ ਸਿੰਘ ਜੀ ਨੂੰ। ਆਪਾਂ ਨਿੰਦਿਆ ਕਿਸੇ ਨੇ ਕਰਨੀ, ਉਹ ਤਾਂ ਗੁਰੂ ਸਾਹਿਬਾਂ ਨੂੰ ਵੀ ਨਹੀਂ ਲੋਕ ਮਾਫ ਕਰਦੇ। ਪਰ ਆ ਦੇਖੋ ਹੁਣ ਸੰਨ ਲਿਖ ਦਿੱਤੀ ਹੈ, ਔਰ ਇਹ ਸੰਮਤ ਲਿਖੀ ਕਿਦਾਂ? ਕਹਿੰਦੇ ਚੰਦ ਅਗਨ ਰਾਸ ਮਹੀ ਗਿਣ ਭਾਦੋਂ ਪੂਰਨ ਮਾਸ। ਭਾਦੋਂ ਦੀ ਪੂਰਨਮਾਸੀ ਸੀ ਤੇ ਸੰਨ ਕੀ ਸੀ ਉਸ ਵੇਲੇ ਜੀ? ਚੰਦ ਇੱਕ, ਚੰਦਰਮਾ ਇੱਕ ਹੈ ਨਾ, ਅਗਨ 3 ਪ੍ਰਕਾਰ ਦੀ, ਰਾਸ 6 ਤੇ ਮਹੀ ਧਰਤੀ 1 1 6 3 ਤੇ ਫਿਰ 1 1600 ਤੇ 31 1631 ਭਾਦਰੋਂ ਮਹੀਨੇ ਦੀ ਪੂਰਨਮਾਸੀ ਸੀ, ਜਿਸ ਦਿਨ ਤੀਸਰੇ ਪਾਤਸ਼ਾਹ ਜੀ ਨੇ ਆਪਣਾ ਸਰੀਰ ਛੱਡਿਆ ਜੀ। ਕੁਝ ਦਿਨ ਮੈਂ ਸ੍ਰੀ ਸਤਿਗੁਰੂ ਜੋਤੀ ਜੋਤ ਮਿਲਾਸ। ਕਹਿੰਦੇ ਨੇ ਕੁਝ ਦਿਨ ਕਹਿੰਦੇ ਮੰਗਲਵਾਰ ਨੂੰ, ਮੰਗਲਵਾਰ ਦਾ ਦਿਨ ਸੀ, ਭਾਦਰੋਂ ਮਹੀਨੇ ਦੀ ਪੂਰਨਮਾਸੀ ਸੀ, ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੱਤਾਂ ਵਿੱਚ ਮਿਲਾਏ ਜੀ। ਪੰਚਮਾਸ 22 ਬਰਕ ਦਿਵਸ ਇਕਾਦਸ ਔਰ। ਕਹਿੰਦੇ 22 ਸਾਲ 5 ਮਹੀਨੇ ਤੇ 11 ਦਿਨ, ਪੰਚਮਾਸ 5 ਮਹੀਨੇ, 22 ਬਰਖ 22 ਸਾਲ, ਦਿਵਸ ਇਕਾਦਸ 1 ਤੇ 10 11, 22 ਸਾਲ 5 ਮਹੀਨੇ ਤੇ 11 ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਕੀਤੀ ਹੈ। ਪਤਸ਼ਾਹੀ ਜਗ ਮਹਿ ਕਰੀ ਭੱਲਿਆਂ ਕੁਲ ਸਰਮੌਰ। ਭੱਲਿਆਂ ਦੀ ਕੁਲ ਦੇ ਸਰਮੌਰ ਸ਼੍ਰੋਮਣੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ 22 ਸਾਲ 5 ਮਹੀਨੇ ਤੇ 11 ਦਿਨ ਗੁਰਤਾ ਗੱਦੀ ਕੀਤੀ ਜੀ। ਕਬਿਓ ਬਾਚ ਕਬਿਤ ਖੋਲੇ ਹੈ ਖਜ਼ਾਨੇ ਕਰਾਮਾਤ ਕੇ ਮਹਾਨੇ। ਇੱਥੇ ਸਾਧ ਸੰਗਤ ਜੀ ਇਹ ਪ੍ਰਸੰਗ ਸੰਪੂਰਨ ਕਰਨ ਲੱਗੇ ਨੇ, ਕਿਉਂਕਿ ਇੱਥੇ ਇੱਕ ਰਾਸ ਸਮਾਪਤ ਹੋਣੀ ਹੈ। ਪਹਿਲੀ ਰਾਸ ਤੀਸਰੇ ਪਾਤਸ਼ਾਹ ਜੀ ਦੇ ਅੰਤਮ ਸੰਸਕਾਰ ਨਾਲ ਸਮਾਪਤ ਹੋ ਜਾਣੀ ਹੈ, ਤੇ ਅੱਗਿਓਂ ਫਿਰ ਚੌਥੇ ਪਾਤਸ਼ਾਹ ਜੀ ਦੀ ਕਥਾ ਦੂਸਰੀ ਰਾਸ ਵਿੱਚ ਆਉਣੀ, ਕਿਉਂਕਿ ਇਸ ਗ੍ਰੰਥ ਦਾ ਨਾਮ ਹੈ ਗੁਰਪ੍ਰਤਾਪ ਸੂਰਜ ਗ੍ਰੰਥ, ਤੇ ਸੂਰਜ 12 ਰਾਸਾਂ ਵਿੱਚ ਚੱਲਦਾ ਹੈ, ਆਪਾਂ ਨੂੰ ਪਤਾ ਸਾਰਿਆਂ ਨੂੰ। ਇਸੇ ਤਰ੍ਹਾਂ ਇਸ ਗ੍ਰੰਥ ਦੀਆਂ ਵੀ 12 ਰਾਸਾਂ ਰੱਖੀਆਂ ਭਾਈ ਸੰਤੋਖ ਸਿੰਘ ਜੀ ਨੇ। ਇੱਥੇ ਤੀਸਰੇ ਪਾਤਸ਼ਾਹ ਜੀ ਦੇ ਅੰਤਮ ਸੰਸਕਾਰ ਦੇ ਨਾਲ ਹੀ ਇੱਕ ਰਾਸ ਸਮਾਪਤ ਹੋ ਗਈ ਹੈ, ਤੇ ਹੁਣ ਉਸ ਰਾਸ ਦੀ ਸਮਾਪਤੀ ਤੇ ਮਹਾਰਾਜ ਜੀ ਨੇ ਕਮਾਲ ਦਾ, ਇਹ ਕਵੀ ਜੀ ਨੇ ਕਮਾਲ ਦਾ ਮਹਾਰਾਜ ਜੀ ਦੀ ਸੋਭਾ ਵਿੱਚ ਕਬਿਤ ਉਚਾਰਨ ਕੀਤਾ। ਕਹਿੰਦੇ ਨੇ ਖੋਲੇ ਹੈ ਖਜ਼ਾਨੇ ਕਰਾਮਾਤ ਕੇ ਮਹਾਨੇ। ਮਹਾਨ ਕਰਾਮਾਤ ਦੇ ਖਜ਼ਾਨੇ ਸੰਗਤਾਂ ਦੇ ਭਲੇ ਵਾਸਤੇ, ਪਰਉਪਕਾਰ ਵਾਸਤੇ, ਲੋਕਾਂ ਦੇ ਸੰਸਾਰ ਤੋਂ ਤਾਰਨ ਵਾਸਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਕਰਾਮਾਤ ਦੇ ਖਜ਼ਾਨਿਆਂ ਦਾ ਦਰਵਾਜ਼ਾ ਹੀ ਖੋਲ ਦਿੱਤਾ ਜੀ। ਨਿਤ ਦੇਤ ਸਿੱਖ ਦਾਨੇ ਬਰਸਾਨੇ ਅਨਗਨ ਹੈ। ਕਹਿੰਦੇ ਨੇ ਰੋਜ਼ ਸਿੱਖਾਂ ਨੂੰ ਇਹ ਬਖਸ਼ਾਂ ਦਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਤੇ ਅਗਣਤ ਸਿੱਖ ਨੇ ਜਿਹੜੇ ਤੀਸਰੇ ਪਾਤਸ਼ਾਹ ਜੀ ਤੋਂ ਵਰੋਸਾਏ ਗਏ, ਜਿਨ੍ਹਾਂ ਵਿੱਚ 22 ਤਾਂ ਬ੍ਰਹਮ ਗਿਆਨੀ ਆਪਾਂ ਗਿਣ ਸਕਦੇ, ਜਿਨ੍ਹਾਂ ਨੂੰ 22 ਮੰਜੀਆਂ ਦਿੱਤੀਆਂ, ਔਰ ਉਹਨਾਂ ਨੂੰ 22 ਮੰਜੀਆਂ ਕੱਲੀਆਂ ਨਹੀਂ ਸੀ ਦਿੱਤੀਆਂ, ਬ੍ਰਹਮ ਗਿਆਨ ਦੇ ਕੇ ਆਖਿਆ ਸੀ ਤੁਸੀਂ 22 ਸੂਬਿਆਂ 'ਚ ਜਾ ਕੇ ਪ੍ਰਚਾਰ ਕਰਨਾ। ਕਿੰਨੇ ਸਿੱਖ ਮਹਾਰਾਜ ਜੀ ਤੋਂ ਵਰੋਸਾਏ ਗਏ ਹਨ। ਕਹਿੰਦੇ ਅਣਗਿਣਤ ਸਿੱਖ ਜਿਨ੍ਹਾਂ ਨੂੰ ਆਤਮ ਗਿਆਨ ਬਖਸ਼ਿਆ, ਕਰਾਮਾਤ ਦੇ ਤਾਂ ਖਜ਼ਾਨੇ ਖੋਲ ਦਿੱਤੇ ਮਹਾਰਾਜ। ਇਹ ਕਿੱਡੀ ਵੱਡੀ ਕਰਾਮਾਤ ਹੈ, 22 ਸਾਲ ਮੌਤ ਰੋਕ ਕੇ ਰੱਖਣੀ, ਗੋਇੰਦਵਾਲ ਦੀ ਧਰਤੀ ਤੇ ਕੋਈ ਪ੍ਰਾਣੀ ਚੜਾਈ ਨਾ ਕਰੇ ਜੀ। ਗੋਇੰਦਵਾਲ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਭਲੇ ਵਾਸਤੇ, ਉਹਨਾਂ ਦੇ ਪਰਉਪਕਾਰ ਵਾਸਤੇ ਕਹਿੰਦੇ ਮਹਾਰਾਜ ਜੀ ਨੇ ਖਜ਼ਾਨਿਆਂ ਦੇ ਦਰਵਾਜ਼ੇ ਖੋਲ ਦਿੱਤੇ, ਇੰਨੀਆਂ ਬਖਸ਼ਾਂ ਕੀਤੀਆਂ, ਇੰਨੇ ਸਿੱਖ ਵਰੋਸਾਏ ਗਏ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਗਏ ਮਹਾਰਾਜ ਜੀ ਤੋਂ। ਕਾਟ ਤੇ ਕਲੇਸ਼ ਉਪਦੇਸ਼ ਮਹੇਸ਼ ਸਾਮਾ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਤਰ੍ਹਾਂ ਉਪਦੇਸ਼ ਦੇ ਕੇ ਸਾਰਿਆਂ ਦੇ ਕਲੇਸ਼ ਕੱਟਦੇ ਹਨ, ਦੁੱਖ ਕੱਟਦੇ ਹਨ ਧੰਨ ਗੁਰੂ ਅਮਰਦਾਸ ਮਹਾਰਾਜ। ਪਾਏ ਕੈ ਵਿਸ਼ੇਸ਼ ਭਏ ਸੇਵੇ ਤਨ ਮਨ ਹੈ। ਕਹਿੰਦੇ ਜਿਨ੍ਹਾਂ ਨੇ ਤਨ ਮਨ ਕਰਕੇ ਸੇਵਾ ਕੀਤੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਿਸ਼ੇਸ਼ ਪਦਵੀ ਨੂੰ ਪ੍ਰਾਪਤ ਕਰ ਗਏ ਹੋ, ਆਤਮ ਗਿਆਨੀ ਹੋ ਗਏ, ਬ੍ਰਹਮ ਗਿਆਨੀ ਹੋ ਗਏ, ਅੰਤਰਜਾਮੀ ਹੋ ਗਏ, ਦੀਨ ਦੁਨੀਆ ਦਾ ਸਾਰਾ ਸੁੱਖ ਉਹਨਾਂ ਨੇ ਪ੍ਰਾਪਤ ਕਰ ਲਿਆ ਜੀ। ਕੋਨ ਕੋ ਨਾਨਤ ਭਗਵੰਤ ਬੇਖ ਸੰਤ ਧਾਰ। ਕਹਿੰਦੇ ਐਸੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਤੇ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਸਰੂਪ ਵਿੱਚ ਆਪਣਾ ਬੇਸ ਧਾਰ ਕੇ ਆ ਗਿਆ। ਪਰਮਾਤਮਾ ਨੇ ਹੀ ਅਸਲ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਵਿਚਰ ਕੇ ਸਾਰਾ ਇਹ ਭਲਾ ਕੀਤਾ, ਜਿਨ੍ਹਾਂ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਜਿਹੜਾ ਅੱਗੇ ਆਪਾਂ ਇੱਕ ਪੌੜੀ ਪੜ੍ਹੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਂ, ਕਨਹਰ ਬੂੰਦ ਬਸੋਰੋ ਮਾਵਲ, ਇਹਦੇ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਗਿਣ ਲੱਗਿਆ ਕੁਝ ਪ੍ਰਮਾਣ ਦਿੱਤੇ ਨੇ, ਵੀ ਜਿਵੇਂ ਮੀਂਹ ਚ ਡਿੱਗਣ ਵਾਲੀਆਂ ਬੂੰਦਾਂ ਕੋਈ ਨਹੀਂ ਗਿਣ ਸਕਦਾ, ਸੂਰਜ ਚੰਦਰਮਾ ਦੀਆਂ ਕਿਰਨਾਂ ਕੋਈ ਨਹੀਂ ਗਿਣ ਸਕਦਾ, ਧਰਤੀ ਤੇ ਬਸੰਤ ਰੁੱਤ ਚ ਕਿੰਨੇ ਫੁੱਲ ਖਿੜਦੇ ਨੇ ਉਹ ਕੋਈ ਨਹੀਂ ਗਿਣ ਸਕਦਾ, ਗੰਗਾ ਦੇ ਉੱਤੇ ਹਵਾ ਆਉਣ ਤੇ ਕਿੰਨੀਆਂ ਲਹਿਰਾਂ ਰੋਜ਼ ਉੱਠਦੀਆਂ ਨੇ ਇਹ ਕੋਈ ਨਹੀਂ ਗਿਣ ਸਕਦਾ। ਪਰ ਫਿਰ ਅਖੀਰ ਤੇ ਕਹਿੰਦੇ ਨੇ ਹੋ ਸਕਦਾ ਕੋਈ ਆਉਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਦੀ ਗਿਣਤੀ ਕਰ ਲਏ, ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ, ਕਦੇ ਵੀ ਨਹੀਂ ਕਰ ਸਕਦਾ। ਇਹ ਸੱਚੀ ਗੱਲ ਹੈ। ਹੋ ਸਕਦਾ ਆਪਣੇ ਮਨ 'ਚ ਵਿਚਾਰ ਆਏ ਕਿਉਂ ਨਹੀਂ ਕਰ ਸਕਦਾ ਜੀ। 22 ਸਾਲ 5 ਮਹੀਨੇ 11 ਦਿਨ ਜੋ ਕੌਤਕ ਕੀਤੇ ਉੱਤੇ ਲਿਖੇ ਜਾ ਸਕਦੇ ਆ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਉਹ ਸਿੱਖਾਂ ਨੇ ਅੱਖੀਂ ਦੇਖੀਆਂ। ਯਾਦ ਰੱਖਣਾ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੇ ਸਿਰਫ ਕੌਤਕ ਉਹ ਨਹੀਂ ਹੁੰਦੇ ਜੋ ਅੱਖਾਂ ਨਾਲ ਦਿਖਾਈ ਦੇ ਜਾਣ, ਮਹਾਰਾਜ ਜੀ ਨੇ ਉਹ ਵੀ ਕੌਤਕ ਕਰਨੇ ਹੁੰਦੇ ਜਿਹੜੇ ਦਿਖਾਈ ਨਹੀਂ ਦਿੰਦੇ ਆਪਾਂ ਨੂੰ।
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਹੜਾ ਬਾਬਾ ਮੱਖਣ ਸ਼ਾਹ ਲਵਾਣੇ ਦਾ ਗੁਰਮੁਖ ਪਿਆਰੇ ਦਾ ਜਹਾਜ਼ ਬੰਨੇ ਲਾਇਆ, ਕਿਸੇ ਨੇ ਦੇਖਿਆ ਨਹੀਂ ਸੀ। ਇਹ ਸਿਰਫ ਮੱਖਣ ਸ਼ਾਹ ਨੂੰ ਪਤਾ ਸੀ ਤੇ ਨਵੇਂ ਪਾਤਸ਼ਾਹ ਜੀ ਨੂੰ। ਮੱਖਣ ਸ਼ਾਹ ਬਾਬੇ ਬਕਾਲੇ ਆਇਆ ਤੇ ਉਹਨੇ ਆਖਿਆ, ਭੁੱਲੀਏ ਸੰਗਤੇ ਮੈਂ ਸਤਿਗੁਰ ਲੱਭਦਾ, ਜਾ ਕੀ ਮਹਿਮਾ ਅਗਮ ਅਗਾਧਾ। ਉਹ ਭੁੱਲੇ ਲੋਕੋ ਕਿੱਥੇ ਬਾਈ ਮੰਜੀਆਂ ਵਾਲਿਆਂ ਨੂੰ ਮੱਥਾ ਟੇਕੀ ਜਾਂਦੇ, ਜਾ ਜੇ ਪੂਰਾ ਸਤਿਗੁਰੂ ਇਹਨਾਂ ਦੀ ਮਹਿਮਾ ਕੋਈ ਕਹਿ ਨਹੀਂ ਸਕਦਾ। ਲੋਕਾਂ ਪੁੱਛਿਆ ਤੈਨੂੰ ਕਿਵੇਂ ਪਤਾ? ਭਾਈ ਮੱਖਣ ਸ਼ਾਹ ਨੂੰ ਕਹਿੰਦੇ ਨੇ ਉਹਨਾਂ ਦੇ ਮਸੰਦ ਬਾਈਆਂ ਬੰਦਿਆਂ ਦੇ, ਤੇ ਬਾਕੀ ਸੰਗਤਾਂ ਜਿਹੜੀਆਂ ਜਿਹਨੂੰ ਮੱਥਾ ਟੇਕਦੇ ਹੋ, ਤੈਨੂੰ ਕਿਵੇਂ ਪਤਾ ਇਹ ਸੱਚੇ ਨੇ, ਇਹ ਅਸਲੀ ਨੇ, ਤੇ ਤੂੰ ਕਹਿੰਦਾ ਇਹਨਾਂ ਦੀ ਮਹਿਮਾ? ਫਿਰ ਉਹਨੇ ਦੱਸਿਆ ਸੀ, ਉਹਨੇ ਕਿਹਾ ਮੇਰਾ ਜਹਾਜ਼ ਡੁੱਬ ਚੱਲਿਆ ਸੀ, ਇਹਨਾਂ ਨੇ ਬੰਨੇ ਲਾਇਆ ਕਿਉਂਕਿ ਮੈਂ ਅਰਦਾਸ ਕੀਤੀ ਸੀ, ਤੇ ਅੱਜ ਇਹਨਾਂ ਨੇ ਆਪਣਾ ਕੰਧਾ ਵਿਖਾਲ ਦਿੱਤਾ ਮੈਨੂੰ, ਆਪਣਾ ਮੋਢਾ। ਇਹਨਾਂ ਨੇ ਆਖਿਆ ਜੇ ਵੀ ਤੂੰ 500 ਆਖਿਆ ਸੀ ਤੇ 5 ਕਿਉਂ ਰੱਖਦਾ ਪਿਆ? ਫੇਰ ਸਾਰੀ ਸੰਗਤ ਨੇ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਥਾ ਟੇਕਿਆ। ਇਹ ਕੌਤਕ ਅਗਰ ਬਾਬਾ ਮੱਖਣ ਸ਼ਾਹ ਆਣ ਕੇ ਨਹੀਂ ਕਹਿੰਦਾ ਤੇ ਗੁਰਮੁਖੋ ਇਹ ਗੁਪਤ ਕੌਤਕ ਸੀ, ਕਿਸੇ ਨੇ ਨਾ ਕੋਈ ਲਿਖ ਸਕਦਾ ਸੀ, ਨਾ ਕੋਈ ਬੋਲ ਸਕਦਾ ਸੀ, ਨਾ ਸੁਣਾ ਸਕਦਾ ਸੀ। ਕਿਉਂ? ਕਿਉਂਕਿ ਇਹ ਕੌਤਕ ਜਾਣਦਾ ਹੀ ਕੋਈ ਨਹੀਂ ਸੀ। ਇਸ ਲਈ ਗੁਰੂ ਦੇ ਕੌਤਕਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਜੋ ਸਾਹਮਣੇ ਹੋ ਗਿਆ ਉਹ ਤਾਂ ਦੇਖ ਲਵਾਂਗੇ। ਜਿਨ੍ਹਾਂ ਉੱਤੇ ਮਹਾਰਾਜ ਨੇ ਗੁਪਤ ਕਿਰਪਾ ਕੀਤੀ ਉਹ ਕੌਣ ਲਿਖੇ ਗੁਰਮੁਖੋ? ਇਸ ਲਈ ਆਖਿਆ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ। ਧੰਨ ਗੁਰੂ ਅਮਰਦਾਸ ਮਹਾਰਾਜ ਤੁਹਾਡੀ ਉਪਮਾ, ਤੁਹਾਡੀ ਸੋਭਾ ਤੁਹਾਨੂੰ ਬਣਾਉਂਦੀ ਕੋਈ ਨਹੀਂ ਗਿਣ ਸਕਦਾ ਤੁਹਾਡੇ ਕਿੰਨੇ ਗੁਣ ਨੇ। ਹਾਂ, ਗੰਗਾ ਦੀਆਂ ਲਹਿਰਾਂ ਕਦੀ ਗਿਣੀਆਂ ਜਾ ਸਕਦੀਆਂ, ਸੂਰਜ ਦੀਆਂ ਕਿਰਨਾਂ ਦਾ ਕੋਈ ਅੰਦਾਜ਼ਾ, ਜਿਵੇਂ ਆਪਾਂ ਹੁਣ ਸੂਰਜ ਦੇ ਪ੍ਰਕਾਸ਼ ਨੂੰ ਕਹਿੰਦੇ 8 ਮਿੰਟ ਲੱਗਦੇ ਧਰਤੀ ਤੇ ਆਉਣ ਨੂੰ, ਲੋਕਾਂ ਅੰਦਾਜ਼ਾ ਲਾ ਲਿਆ ਨਾ ਸਿਆਣਿਆਂ ਨੇ ਵੀ 8 ਮਿੰਟਾਂ 'ਚ ਸੂਰਜ ਦਾ ਪ੍ਰਕਾਸ਼ ਧਰਤੀ ਤੇ ਆ ਜਾਂਦਾ ਜੀ। ਆਵਾਜ਼ ਦੀ ਗਤੀ ਵੀ ਹੁਣ ਨਾਪ ਲਈ ਹੈ, ਹੋ ਸਕਦਾ ਕੱਲ ਨੂੰ ਇਹ ਸੂਰਜ ਦੀਆਂ ਕਿਰਨਾਂ ਦੀ ਵੀ ਕੋਈ ਗਿਣਤੀ ਕਰ ਲਏ। ਕਿੰਨੇ ਫੁੱਲ ਪੂਰੀ ਦੁਨੀਆ ਤੇ ਬਸੰਤ ਰੁੱਤ 'ਚ ਖਿੜਦੇ ਨੇ, ਕੋਈ ਗਿਣ ਸਕਦਾ? ਪਰ ਇਹ ਭੱਟ ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਹਾਡੇ ਗੁਣਾਂ ਨੂੰ ਕਦੀ ਕੋਈ ਨਹੀਂ ਗਿਣ ਸਕੇਗਾ। ਕਿਉਂ? ਕਿਉਂਕਿ ਇਹ ਗੁਰੂ ਦੇ ਗੁਣ ਜੇ ਸਾਡੀ ਪਕੜ 'ਚ ਆ ਗਏ ਤੇ ਫਿਰ ਗੁਰਮੁਖੋ ਫਿਰ ਤਾਂ ਸਾਡੀ ਅਕਲ ਵੱਡੀ ਹੈ। ਗੁਰੂ ਸਾਹਿਬ ਜੀ ਨੇ ਤਾਂ ਗੁਪਤ ਕਿਰਪਾ ਕਿੰਨੀ ਆ, ਪ੍ਰਤੱਖ ਕਿਸੇ ਤੇ ਕਿੰਨੀ ਕੀਤੀ, ਇਹ ਕੋਈ ਨਹੀਂ ਦੱਸ ਸਕਦਾ। ਇਸ ਕਰਕੇ ਕਹਿੰਦੇ ਉਹਨਾਂ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ ਤੀਸਰੇ ਪਾਤਸ਼ਾਹ ਜੀ ਦਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਸਰੂਪ ਵਿੱਚ ਆ ਗਿਆ ਆਪ। ਆਦਿ ਨ ਅੰਤ ਜਾਏ ਭਜੈ ਮੁਨ ਜਨ ਹੈ। ਕਹਿੰਦੇ ਮੁਨੀ ਜਨ ਵੀ ਜਿਨ੍ਹਾਂ ਦਾ ਭਜਨ ਕਰਦੇ ਨੇ, ਐਸੇ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਣਾਂ ਦਾ ਨਾ ਕੋਈ ਆਦ ਔਰ ਨਾ ਕੋਈ ਅੰਤ ਹੈ। ਸ੍ਰੀ ਗੁਰ ਅਮਰ ਪਤ ਅਮਰ ਸੰਤੋਖ ਸਿੰਘ। ਸ੍ਰੀ ਗੁਰ ਅਮਰ ਪਤ ਅਮਰ, ਅਮਰ ਦੇਵਤੇ ਨੂੰ ਕਹਿੰਦੇ ਨੇ, ਤੇ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਦਾ ਨਾਮ ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹੜੇ ਦੇਵਤਿਆਂ ਦੇ ਮਾਲਕ ਹਨ ਸਾਰੇ। ਅਮਰਤ ਕਰਤ ਦਾਸ ਸਦਾ ਧਨ ਧਨ ਹੈ। ਤੇ ਕਹਿੰਦੇ ਨੇ ਆਪਣੇ ਦਾਸਾਂ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਮਰ ਕਰ ਦਿੰਦੇ ਨੇ, ਭਾਵ ਮੌਤ ਤੋਂ ਰਹਿਤ ਕਰ ਦਿੱਤਾ। ਹੁਣ ਜਿਨ੍ਹਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਏ ਸਾਧ ਸੰਗਤ ਜੀ, ਜਿਨ੍ਹਾਂ ਉੱਤੇ ਮਹਾਰਾਜ ਨੇ ਮਿਹਰ ਦੀ ਨਜ਼ਰ ਪਾ ਦਿੱਤੀ, ਉਹਨਾਂ ਨੂੰ ਮੌਤ ਕੀ ਮਾਰ ਸਕਦੀ ਹੈ? ਉਹਨਾਂ ਨੂੰ ਮੌਤ ਨਹੀਂ ਮਾਰ ਸਕਦੀ। ਜਿਵੇਂ ਬਾਬੇ ਦੀਪ ਸਿੰਘ ਨੂੰ ਮੌਤ ਨਹੀਂ ਮਾਰ ਸਕੀ, ਮੌਤ ਆ ਜਾਂਦੀ ਹੈ ਜਦੋਂ ਸਿਰ ਲੱਥ ਜਾਵੇ, ਪਰ ਨਹੀਂ ਬਾਬੇ ਦੀਪ ਸਿੰਘ ਨੂੰ ਨਹੀਂ ਮਾਰ ਸਕੀ। ਉਹ ਤਾਂ ਲੱਥਾ ਸਿਰ ਲੈ ਕੇ ਸਾਧ ਸੰਗਤ ਜੀ ਚੱਲ ਗਏ, ਕਿੱਥੇ ਚੱਬੇ ਦਾ ਮੈਦਾਨ ਗੋਲ ਵੜਦਾ, ਕਿੱਥੇ ਅੰਮ੍ਰਿਤਸਰ ਦੀਆਂ ਪਰਿਕਰਮਾ ਨੇ। ਫਿਰ ਮਹਾਰਾਜ ਬਚਨ ਬ੍ਰਹਮ ਗਿਆਨੀ ਸਾਧ ਜੀਵ ਹੈ, ਨਹੀਂ ਬ੍ਰਹਮ ਗਿਆਨੀ ਨੂੰ ਮੌਤ ਥੋੜ੍ਹਾ ਮਾਰ ਸਕਦੀ ਹੈ, ਸਰੀਰ ਤਾਂ ਸਾਰੇ ਛੱਡਣਾ ਹੁੰਦਾ। ਕਬੀਰ ਸਾਹਿਬ ਕਹਿੰਦੇ ਨੇ ਮੈਂ ਨਾ ਮਰੋ ਮਰਬੋ ਸੰਸਾਰਾ। ਡੰਕੇ ਦੀ ਚੋਟ ਤੇ ਕਬੀਰ ਸਾਹਿਬ ਨੇ ਆਖਿਆ ਮੈਂ ਨਹੀਂ ਜੇ ਮਰਨਾ, ਗੁਰਮੁਖੋ ਦੁਨੀਆ ਮਰੇਗੀ, ਸੰਸਾਰ ਦੇ ਲੋਕ ਮਰਨਗੇ, ਮੈਨੂੰ ਕੋਈ ਮਾਰ ਨਹੀਂ ਸਕਦਾ। ਸਰੀਰ ਤਾਂ ਕਬੀਰ ਸਾਹਿਬ ਦਾ ਵੀ ਨਹੀਂ ਰਿਹਾ, ਪਰ ਸੱਚੀ ਗੱਲ ਹੈ ਕਬੀਰ ਸਾਹਿਬ ਨੂੰ ਕੋਈ ਮਾਰ ਨਹੀਂ ਸਕਿਆ। ਉਹ ਅੱਜ ਵੀ ਉਸੇ ਤਰ੍ਹਾਂ ਨੇ ਜਿਵੇਂ ਸਰੀਰ ਦੇ ਵਿੱਚ ਸੀ। ਕਿਉਂਕਿ ਬ੍ਰਹਮ ਗਿਆਨੀ ਨੇ ਕਿਤੇ ਜਾਣਾ ਹੀ ਨਹੀਂ ਹੁੰਦਾ, ਉਹਦੇ ਅਕਾਲ ਪੁਰਖ ਵਾਹਿਗੁਰੂ ਸਦਾ ਰਹਿੰਦਾ, ਤੇ ਉਹਦੇ ਵਿੱਚ ਹੀ ਭੇਦ ਹੋ ਜਾਂਦੇ ਨੇ। ਇਸ ਕਰਕੇ ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹੜੇ ਦੇਵਤਿਆਂ ਦੇ ਮਾਲਕ ਨੇ, ਉਹ ਆਪਣੇ ਸਿੱਖਾਂ ਨੂੰ ਅਮਰ ਕਰ ਦਿੰਦੇ ਨੇ, ਕਿਉਂਕਿ ਕਮਾਲ ਦਾ ਵਚਨ ਕੀਤਾ। ਉਹ ਕਹਿੰਦੇ ਨੇ ਸ੍ਰੀ ਗੁਰ ਅਮਰ ਪਤ ਅਮਰ ਸੰਤੋਖ ਸਿੰਘ, ਅਮਰ ਕਰਤ ਦਾਸ ਸਦਾ ਧਨ ਧਨ ਹੈ। 3 ਵਾਰੀ ਅਮਰ ਲਫ਼ਜ਼ ਉਹਨਾਂ ਨੇ ਵਰਤਿਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਅਮਰ ਦੇਵਤਿਆਂ ਨੂੰ ਕਹਿੰਦੇ, ਦੇਵਤਿਆਂ ਦੇ ਮਾਲਕ। ਅਮਰ ਕਹਿੰਦੇ ਨੇ ਜਿਹੜਾ ਅਮਰ ਹੋ ਜਾਵੇ, ਮੌਤ ਜਿਹਨੂੰ ਮਾਰ ਨਾ ਸਕੇ। ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਅਮਰ ਕਰ ਦਿੱਤਾ ਗੁਰਮੁਖੋ, ਉਹ ਦੇਵਤਿਆਂ ਦੇ ਵੀ ਮਾਲਕ ਹਨ। ਇਸ ਕਰਕੇ ਉਹਨਾਂ ਨੂੰ ਅਸੀਂ ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਾਂ। ਦੋਹਰਾ ਸ੍ਰੀ ਅੰਗਦ ਗੁਰ ਅਮਰ ਕੀ ਕਥਾ ਕਈ ਕਥਾ ਚਿਤ ਲਾਏ। ਕਹਿਣ ਲੱਗੇ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬੜੇ ਚਿੱਤ ਲਾ ਕੇ ਪ੍ਰੇਮ ਨਾਲ ਭਾਵਨਾ ਨਾਲ ਅਸੀਂ ਸਾਰੀ ਕਥਾ ਸੰਗਤਾਂ ਨੂੰ ਸੁਣਾਈ। ਇਹ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹਨ ਜੀ। ਭਾਈ ਰਾਸ ਪੂਰਨ ਇਹਾ ਬਿਨਾ ਬਿਗਨ ਸਮੁਦਾਏ। ਕਹਿੰਦੇ ਬਸ ਇੱਥੇ ਤੀਸਰੇ ਪਾਤਸ਼ਾਹ ਜੀ ਦੇ ਅੰਤਮ ਸੰਸਕਾਰ ਤੱਕ ਦੂਸਰੇ ਤੇ ਤੀਸਰੇ ਪਾਤਸ਼ਾਹ ਜੀ ਦਾ ਜੀਵਨ ਤੇ ਇਹ ਇੱਥੇ ਇੱਕ ਰਾਸ ਪੂਰੀ ਹੋ ਗਈ ਔਰ ਬਿਨਾ ਬਿਗਨ ਤੋਂ ਹੋ ਗਈ। ਕਹਿੰਦੇ ਭਈ ਰਾਸ ਪੂਰਨ ਇਹਾ ਬਿਨਾ ਬਿਗਨ ਸਮੁਦਾਏ।
तीसरे पातशाह जी तक पूरा जीवन महाराज जी का कहते बिना विघन तो अकाल पुरख वाहिगुरू ने साडे तो लिखवा लिया। ये भाई संतोख सिंह जी कहते हैं इत्थे कहते एक रास समाप्त हो गई है, दूसरी रास शुरू होनी तो उधरों नाल ही चौथे पातशाह जी का जीवन शुरू हो जाना। इत्थे साध संगत जी इस रास की भी समाप्ति हुई, अपना समा भी संपूर्ण हो गया और तीसरे पातशाह जी के अंतिम संस्कार तक उन्होंने शरीर करके जो कौतुकां की कथा सी वो पूरी हुई। तो कल शाम को आपां चौथे पातशाह जी के जीवन की कथा प्रारंभ करनी है, जिहड़ी इस ग्रंथ की दूसरी रास विचों शुरू होवेगी। धन गुरु अमरदास महाराज सच्चे पातशाह जी कृपा करन जी, तुहाडी मेरी सब की हाजरी गुरु साहब जी के दर ते प्रवान होवे। धन गुरु हरकृष्ण साहब महाराज सच्चे पातशाह बाला प्रीतम जी का परसों सोमवार नूं प्रकाश पुरब है। अखंड पाठ साहब चलते पे ने जपजी साहब जी के पाठों समेत। आप सब संगतां ने हाजरी भरनी, तिने दिन तन मन धन करके सेवा करके गुरु साहब जी की खुशी प्राप्त करनी है। सतगुरु श्री गुरु हरकृष्ण साहब महाराज सच्चे पातशाह जी के कौतुकां नूं आपां याद भी करांगे जो महाराज सच्चे पातशाह जी, क्योंकि गुरपुरब मनाउण दा अर्थ हुंदा महाराज जी के उन्हां कौतुकां नूं दोहराइए। तुसां पहिलां भी बहुत सुने हैं पर वार-वार आपां उन्हां नूं चेते करना, क्यों? क्योंकि बहुत सारे नवे बच्चे नवीं पनीरी ਜਿਹੜੇ होर जिन्ना अगे कदे नहीं इतिहास है तो चली जा रहा, सदियां तो शरीर आ रहे हैं जा रहे हैं, उही इतिहास है। फिर अग्यों अग्यों सारिਆਂ ने सुनना हुंदा, उन्हां दा भला होना हुंदा। वार वार महाराज जी के कौतुकां नूं दोहराउण करके साडा भला हुंदा, साडे मन की निर्मलता बनती है। इस करके जे 8वें पातशाह जी का पुरब है, 8वें पातशाह जी के कौतुकां नूं आपां चेते करांगे जी। सतगुरु सच्चे पातशाह जी के गुण गाउंदे होईयां भुल्लां चुकां दी आप सारियां संगतां ने कृपा करके खिमा बख्श देने जी। 2 पंक्तियां का पाठ आपां गुरमुखां तो सरवण करिए, फिर फतेह बुलाइए जी। श्री अंगद गुर अमर की कथी कथा चित लाए, भई रास पूर्ण एहा बिना विघ्न समुदाय। वाहिगुरु जी का खालसा, वाहिगुरु वाहिगुरु जी की फतेह।